ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ और मेरे नाल ने सीनियर जर्नलिस्ट रजीव भास्कर जी और इंद्रप्रीत जी दोनों ਨੂੰ जी आया। बहुत बहुत शुक्रिया रंधावा जी। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਕੱਲ ਬੁਲਾਇਆ ਗਿਆ ਸੀ ਯਾਨੀ 28 ਤਰੀਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲ ਤਖਤ ਸਾਹਿਬ ਦੇ ਮਤਵਾਜੀ ਜਥੇਦਾਰ ਵੱਲੋਂ ਤਲਬ ਕੀਤਾ ਗਿਆ ਹੈ ਦੂਜੇ ਸ਼ਬਦਾਂ 'ਚ, ਤੇ ਉਹ ਨਹੀਂ ਆਏ ਤੇ ਅਗਲੀ ਡੇਟ ਉਹਨਾਂ ਨੂੰ ਦਿੱਤੀ ਗਈ 8 ਜੁਲਾਈ ਦੀ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਤੁਸੀਂ ਤਖਤਾਂ ਦੀ ਮਰਿਆਦਾ ਨੂੰ ਕਿਉਂ ਤਾਕ ਤੇ ਰੱਖਦੇ ਹੋ ਜਦੋਂ ਤੁਹਾਡੇ ਕੋਲ ਅਥਾਰਟੀ ਨਹੀਂ ਹੈ ਜਾਂ ਤੁਹਾਡੇ ਕਹੇ ਤੇ ਕੋਈ ਆ ਨਹੀਂ ਰਿਹਾ। ਪਹਿਲਾਂ ਵੀ ਇੰਜ ਹੁੰਦਾ ਰਿਹਾ, ਲੇਕਿਨ ਇਹਦੇ ਨਾਲ ਹੀ ਸਿੱਖ ਮਸਲਿਆਂ ਦੇ ਉੱਤੇ ਜਦੋਂ ਗੱਲ ਕਰੋਗੇ ਤੇ ਸ਼੍ਰੋਮਣੀ ਕਮੇਟੀ ਆਪਣੇ ਇੱਕ ਪੁਰਾਣੇ ਫੈਸਲੇ ਤੋਂ ਪਿੱਛੇ ਹਟੀ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਟੈਂਡਰ ਪ੍ਰਕਿਰਿਆ ਰਾਹੀਂ ਗੁਰਬਾਣੀ ਪ੍ਰਸਾਰਨ ਦੇ ਹੱਕ ਦਿੱਤੇ ਜਾਣਗੇ। ਕੱਲ ਸ਼ਾਮ ਦੇ ਪ੍ਰੋਗਰਾਮ 'ਚ ਅਸੀਂ ਇਹ ਜ਼ਿਕਰ ਕੀਤਾ ਸੀਗਾ ਕਿ ਸ਼੍ਰੋਮਣੀ ਕਮੇਟੀ ਆਪਣਾ YouTube ਚੈਨਲ ਸ਼ੁਰੂ ਕਰਨ ਲਈ ਸਿਧਾਂਤਕ ਤੌਰ ਤੇ ਸਹਿਮਤ ਹੋ ਗਈ ਆ ਔਰ ਮੰਨਿਆ ਜਾ ਰਿਹਾ ਕਿ ਅੱਜ ਇਹਦੇ ਸੰਬੰਧੀ ਮੀਟਿੰਗਾਂ ਦੇ ਸਿਲਸਿਲੇ ਦੀ ਅਗਲੀ ਮੀਟਿੰਗ ਹੋਊਗੀ ਔਰ ਇਹਦੇ ਵਿੱਚ ਹੋਰ ਜਿਹੜੀਆਂ ਇਹਦੇ ਸੰਬੰਧੀ ਟਰਮਸ ਤੇ ਬਾਕੀ ਚੀਜ਼ਾਂ ਉਹਨਾਂ ਤੇ ਵੀ ਚਰਚਾ ਹੋਊਗੀ ਔਰ ਇਹ ਸਿਧਾਂਤਕ ਫੈਸਲਾ ਕਿ ਸ਼੍ਰੋਮਣੀ ਕਮੇਟੀ ਆਪਣਾ ਪ੍ਰਸਾਰਨ ਖੁਦ ਕਰੇਗੀ। ਹੁਣ ਉਹ ਕਿਸੇ ਨੂੰ ਲਿੰਕ ਦੇਣਾ ਚਾਹੁੰਦੀ ਆ ਜਾਂ ਨਹੀਂ ਦੇਗੀ, ਇਹ ਵੀ ਸਵਾਲ ਆ। ਔਰ ਸਮਾਨਾਂਤਰ ਉਹ ਇੱਕ ਸੈਟੇਲਾਈਟ ਚੈਨਲ ਲਈ ਵੀ ਐਫਰਟਸ ਕਰ ਰਹੇ ਨੇ, ਵੱਖ-ਵੱਖ ਪੱਧਰਾਂ ਤੇ ਯਤਨ ਸ਼ੁਰੂ ਹੋ ਗਏ ਆ। ਪਰ ਇਸੇ ਵੇਲੇ ਇੱਕ ਹੋਰ ਵੀ ਖਬਰ ਆ ਕਿ ਰਾਤੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਉੱਤੇ ਇੱਕ ਲੰਬੀ ਬੈਠਕ ਚੱਲਦੀ ਆ ਔਰ ਉਹ ਬੈਠਕ ਅਗਲੀਆਂ ਲੋਕ ਸਭਾ ਚੋਣਾਂ ਦੇ ਸੰਦਰਭ ਵਿੱਚ ਸੀ। ਸਰਕਾਰ ਦਾ ਚਿਹਰਾ ਮੋਹਰਾ ਬਦਲਿਆ ਜਾਊਗਾ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੰਗਠਨ ਦੇ ਵਿੱਚ ਬਦਲਾਅ ਨੇ ਉਹਦੇ ਉੱਤੇ ਤਾਂ ਲਗਭਗ ਕੋਈ ਦੋ ਰਾਵਾਂ ਨਹੀਂ ਕਿ ਉਹ ਬਦਲਿਆ ਜਾਊਗਾ, ਉਹਦੇ 'ਚ ਚੇਂਜਸ ਹੋਣਗੀਆਂ। ਪਰ ਇਹਦੇ ਨਾਲ ਇੱਕ ਸਵਾਲ ਤੁਰਨ ਲੱਗ ਪੈਂਦਾ ਕਿ ਕੀ ਇਲੈਕਸ਼ਨ ਤੋਂ ਪਹਿਲਾਂ ਜਾਂ ਅਗਲੇ ਫੇਰ ਬਦਲ ਤੋਂ ਪਹਿਲਾਂ ਕੀ ਅਕਾਲੀ ਦਲ ਨਾਲ ਦੁਬਾਰਾ ਗੱਠਜੋੜ ਦੀ ਕੋਈ ਸੰਭਾਵਨਾ ਹੈਗੀ ਆ? ਕੀ ਕੋਈ ਦੋ ਲੋਕ ਸਭਾ ਮੈਂਬਰਾਂ ਚੋਂ ਕੋਈ ਅਕਾਲੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਵੀ ਹੋ ਸਕਦਾ? ਇਹ ਸਵਾਲ ਨੂੰ ਵੀ ਅੱਗੇ ਵਧਾਉਂਦੇ ਆ। ਪਰ ਇਹਦੇ ਨਾਲ ਦਿੱਲੀ ਦੇ ਵਿੱਚ ਜਿਹੜੇ ਵੀ ਗੇੜਾ ਮਾਰ ਕੇ ਆਏ ਆ ਉਹ ਲੇਨਸ ਜਿਨ੍ਹਾਂ ਦੇ ਜ਼ਿਕਰ ਮੁਗਲਾਂ ਦੇ ਨਾਂ ਤੇ ਸੀ, ਔਰੰਗਜ਼ੇਬ ਲੇਨ ਦਾ ਨਾਂ ਹੁਣ ਡਾਕਟਰ APJ ਅਬਦੁਲ ਕਲਾਮ ਦੇ ਨਾਂ ਤੇ ਕਰਤਾ ਗਿਆ। ਔਰ ਜੇਕਰ ਸਭ ਤੋਂ ਅਹਿਮ ਖਬਰ ਕੱਲ ਦੀ ਤੁਸੀਂ ਟੱਚ ਕਰੋਗੇ ਤਾਂ ਦੂਜਾ ਐਂਗਲ ਯੂਨੀਫਾਰਮ ਸਿਵਲ ਕੋਡ, ਸਮਾਨ ਨਾਗਰਿਕ ਜ਼ਾਬਤਾ, ਪੰਜਾਬੀ ਚ ਨੂੰ ਇਹੀ ਕਹਾਂਗੇ, ਉਹਦੇ ਉੱਤੇ ਭਾਵੇਂ ਅਰਵਿੰਦ ਕੇਜਰੀਵਾਲ ਦੀ ਪਾਰਟੀ ਪ੍ਰਿੰਸੀਪਲੀ ਸਹਿਮਤ ਹੋ ਗਈ ਆ ਭਾਰਤੀ ਜਨਤਾ ਪਾਰਟੀ ਦੇ ਨਾਲ ਕਦਮ ਚਾਲ ਮਿਲਾਉਣ ਲਈ। ਇਹਦਾ ਮਤਲਬ ਹੈ ਕਿ ਵਿਰੋਧੀ ਪਾਰਟੀਆਂ ਦੀ ਏਕਤਾ ਜਿਹੜੀ ਸ਼ਿਮਲੇ ਦੇ ਵਿੱਚ ਅਗਲੇ ਪੜਾਅ 'ਚ ਦਾਖਲ ਹੋਣੀ ਆ, ਉੱਥੇ ਇਹਦੇ ਉੱਤੇ ਮੰਥਨ ਕਰਕੇ ਆਮ ਸਹਿਮਤੀ ਬਣਾਉਣ ਤੇ ਇਹਦਾ ਵਿਰੋਧ ਕਰਨ ਦਾ ਫੈਸਲਾ ਲਗਭਗ ਹੋਣਾ ਤੈਅ ਆ। ਇਹਦਾ ਮਤਲਬ ਕੇਜਰੀਵਾਲ ਉਸ ਲੀਹ ਚੋਂ ਪਹਿਲਾਂ ਹੀ ਪਾਸੇ ਹੋ ਗਏ, ਉਹਨਾਂ ਨੇ ਲੀਹ ਪਾੜ ਦਿੱਤੀ ਆ ਔਰ ਉਹ ਬੀਜੇਪੀ ਦੇ ਖਿਲਾਫਤ ਕਰਨ ਵਾਲੇ ਮੋਰਚੇ ਦਾ ਹਿੱਸਾ ਨਹੀਂ। ਇਹ ਸਿਰਫ ਐਲਾਨ ਹੋਣਾ ਬਾਕੀ ਆ, ਬਾਕੀ ਕੰਮ ਕਰਤਾ ਗਿਆ। ਦੋ ਤਿੰਨ ਖਬਰਾਂ ਹੋਰ ਅਹਿਮ ਨੇ ਜਿਨ੍ਹਾਂ ਦੇ ਵਿੱਚੋਂ ਆਖਰ ਦੇ ਵਿੱਚ ਲੈਣ ਵਾਲੀ ਖਬਰ ਮੈਂ ਜ਼ਰੂਰ ਜ਼ਿਕਰ ਕਰ ਦਿਆਂ ਕਿ ਪੰਜਾਬ ਖੇਤੀ ਤੇ ਖੜਾ ਹੈ। ਖੇਤੀ ਦੇ ਵਿੱਚ ਸਾਡੀ ਪ੍ਰੋਡਕਸ਼ਨ, ਸਾਡੀ ਯੀਲਡ ਘਟ ਰਹੀ ਆ। ਸਾਡੇ ਕੈਮੀਕਲ ਫਰਟੀਲਾਈਜ਼ਰਸ ਅਸੀਂ ਜਿਹੜੇ ਵਰਤਦੇ ਆ ਉਹਨਾਂ ਦੀ ਬਹੁਤੀ ਵਰਤੋਂ ਨੇ ਸਾਡੀ 16% ਪ੍ਰੋਡਕਸ਼ਨ ਹੈ ਉਹ ਘਟਾਤੀ ਹੈ ਪਿਛਲੇ 5 ਸਾਲਾਂ 'ਚ। ਇਹਦੇ ਸੰਬੰਧੀ ਇੱਕ ਰਵੀ ਭਗਤ ਜਿਹੜਾ MSP ਨਾਲ ਜੁੜਿਆ ਮਾਮਲਾ, ਉਹਦੇ ਤੇ ਉਹਨਾਂ PhD ਵੀ ਕੀਤੀ ਆ। ਇਹ ਤਾਂ ਦੂਜੀ ਖੋਜ ਹੈ, ਲੇਕਿਨ ਰਵੀ ਭਗਤ ਵੀ ਕੁਝ ਕਹਿ ਰਿਹਾ। ਉਹ ਦੋਨਾਂ ਚੀਜ਼ਾਂ ਨੂੰ ਆਪਾਂ ਕਰਾਂਗੇ ਕਲੱਬ। ਮੈਨੂੰ ਲੱਗਦਾ ਹੁਣ ਮੈਂ ਹੋਰ ਖਲਾਰਾ ਨਾ ਪਾਵਾਂ ਤੇ ਮੋੜਾਵਾਂ। ਇੰਦਰਪ੍ਰੀਤ ਜੀ, ਕੱਲ ਅਸੀਂ ਜ਼ਿਕਰ ਕੀਤਾ ਸੀ ਇਸ ਖਬਰ ਦਾ ਕਿ YouTube ਚੈਨਲ ਚਲਾਉਣ ਤੇ ਸਿਧਾਂਤਕ ਸਹਿਮਤੀ ਬਣ ਗਈ ਆ ਸ਼੍ਰੋਮਣੀ ਕਮੇਟੀ ਦੀ। ਹੁਣ ਅਸੀਂ ਜਦੋਂ ਇਸ ਖਬਰ ਨੂੰ ਦੇਖ ਰਹੇ ਹਾਂ ਤਾਂ ਦੂਜੇ ਬੰਨੇ ਇਸੇ ਮਾਮਲੇ ਤੇ ਇਸ ਗੱਲ ਨੂੰ ਅੱਗੇ ਵਧਾਉਣ ਵਾਲੇ ਭਗਵੰਤ ਮਾਨ ਨੂੰ ਤਲਬ ਵੀ ਕੀਤਾ ਹੋਇਆ ਸੀ ਮਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੇ, ਉਹ ਨਹੀਂ ਪਹੁੰਚੇ। ਕਿੱਦਾਂ ਲਈਏ ਸਾਰੇ ਮਾਮਲਿਆਂ ਨੂੰ? ਰੰਧਾਵਾ ਸਾਹਿਬ, ਪਹਿਲਾਂ ਤਾਂ ਆਪਾਂ ਸ਼੍ਰੋਮਣੀ ਕਮੇਟੀ ਦੇ ਜਿਹੜੇ YouTube ਚੈਨਲ ਦੀ ਗੱਲ ਕਰਦੇ ਹਾਂ। ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਇਸ ਟਾਈਮ ਜਿਹੜੀ ਗੁਰਬਾਣੀ ਦਾ ਪ੍ਰਸਾਰਣ ਹੋ ਰਿਹਾ ਹੈ ਉਹ PTC ਚੈਨਲ ਰਾਹੀਂ ਹੋ ਰਿਹਾ ਹੈ। ਉਹਨਾਂ ਦੇ 2 ਤੋਂ 3 ਚੈਨਲ ਨੇ ਜਿਹੜੇ ਉਹਨਾਂ ਨੂੰ ਉਹ ਗੁਰਬਾਣੀ ਦਾ ਪ੍ਰਸਾਰਣ ਕਰਦੇ ਆ। ਇੱਕ ਉਹਨਾਂ ਦਾ ਨਿਊਜ਼ ਚੈਨਲ ਹੈ, ਇੱਕ ਗੁਰਬਾਣੀ ਦਾ ਇੱਕ ਅਲੱਗ ਚੈਨਲ ਹੋਰ ਹੈ, ਇੱਕ ਸਿਮਰਨ ਹੈ। 3 ਚੈਨਲ ਨੇ ਜਿੱਥੋਂ ਗੁਰਬਾਣੀ ਦਾ ਲਗਾਤਾਰ ਪ੍ਰਸਾਰਣ ਹੁੰਦਾ ਹੈ। 2 ਤੋਂ ਤਾਂ ਸਵੇਰ ਸ਼ਾਮ ਹੁੰਦਾ, ਲੇਕਿਨ ਜਿਹੜਾ ਸਿਮਰਨ ਹੈ ਉਹ ਸਾਰਾ ਦਿਨ ਚਲਾਉਂਦਾ ਰਹਿੰਦਾ ਗੁਰਬਾਣੀ। ਤੇ ਲੋਕ ਬਹੁਤ ਖਾਸ ਤੌਰ ਤੇ ਜਿਹੜੇ ਬਜ਼ੁਰਗ ਨੇ, ਮੈਂ ਦੇਖਦਾ ਉਹ ਘਰਾਂ ਦੇ ਵਿੱਚ ਉਸੇ ਉੱਤੇ ਹੀ ਉਹਨਾਂ ਦੀ ਟੇਕ ਹੈ, ਉਹ ਸਾਰਾ ਦਿਨ ਉਹ ਗੁਰਬਾਣੀ ਹੀ ਸੁਣਦੇ ਰਹਿੰਦੇ ਆ। ਹੁਣ ਤੁਸੀਂ ਅੱਜ ਜਿਹੜੀ ਇੱਕ ਨਵੀਂ ਨਿਊਜ਼ ਸਾਨੂੰ ਦੱਸੀ ਹੈ ਕਿ 24 ਜੁਲਾਈ ਨੂੰ
YouTube ਚੈਨਲ ਸ਼ੁਰੂ ਹੋ ਜਾਏਗਾ। 23 ਜੁਲਾਈ ਤੱਕ ਸ਼ਾਇਦ ਮੇਰੇ ਖਿਆਲ ਉਹਨਾਂ ਦਾ ਹੈਗਾ PTC ਨਾਲ ਇਕਰਾਰ ਹੈ, ਔਰ 23 ਜੁਲਾਈ ਤੋਂ ਬਾਅਦ ਉਹਨਾਂ ਦਾ ਇਕਰਾਰ ਖਤਮ ਹੋ ਜਾਏਗਾ ਤੇ 24 ਤੋਂ YouTube ਚੈਨਲ ਸ਼ੁਰੂ ਹੋ ਜਾਏਗਾ। ਹੁਣ ਮੇਰੀ ਆਸ਼ੰਕਾ ਮੈਂ ਪਹਿਲਾਂ ਵੀ ਇਸੇ ਤੇ ਵਿਅਕਤ ਕੀਤੀ ਸੀ, ਅੱਜ ਮੈਂ ਫਿਰ ਦੁਬਾਰਾ ਇਹ ਦੁਹਰਾ ਰਿਹਾ ਕਿ ਅੱਜ ਵੀ ਜਿਹੜੇ ਗੁਰਬਾਣੀ ਲੋਕ ਸੁਣਦੇ ਆ ਉਹਨਾਂ 'ਚ ਬਹੁਤਾਤ ਜਿਹੜੀ ਹੈਗੀ ਹੈ ਉਹ ਬਜ਼ੁਰਗਾਂ ਦੀ ਹੈ, ਔਰ ਬਜ਼ੁਰਗ ਜਿਹੜੇ ਹੈ ਇੰਨੇ ਟੈਕ ਸੈਵੀ ਨਹੀਂ ਹੈਗੇ ਕਿ ਉਹ YouTube ਚਲਾ ਸਕਣ ਟੀਵੀ ਦੇ ਉੱਤੇ। ਸੋ ਉਹਨਾਂ ਦੇ ਬੱਚਿਆਂ ਨੇ ਤਾਂ ਸਿੱਧਾ ਹੀ ਚੈਨਲ ਦਾ ਨੰਬਰ ਸੈੱਟ ਕੀਤਾ ਹੋਇਆ, ਬਜ਼ੁਰਗ ਸਿਰਫ ਉਹ ਚੈਨਲ ਦਾ ਨੰਬਰ ਦਬਾਉਂਦੇ ਆ ਤੇ ਚੱਲ ਪੈਂਦਾ, ਬਸ ਇੰਨਾ ਤੋਂ ਜ਼ਿਆਦਾ ਉਹਨਾਂ ਨੂੰ ਨਹੀਂ ਆਉਂਦਾ। ਜ਼ਿਆਦਾਤਰ ਘਰਾਂ ਦੇ ਵਿੱਚ ਇਹ ਹੈ। ਹੋ ਸਕਦਾ ਕਿ ਜਦੋਂ ਇਹ ਆਏ, ਜਿਹੜਾ ਤੁਸੀਂ ਕਹਿ ਰਹੇ ਹੋ YouTube ਚੈਨਲ ਆਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੀ ਕੁਝ ਸਿੱਖਣਾ ਪਵੇ, ਅਗਰ ਉਹਨਾਂ ਨੇ ਗੁਰਬਾਣੀ ਸੁਣਨੀ ਹੈ ਤਾਂ ਇਹ ਚੀਜ਼ਾਂ ਆਣ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੇ ਤੱਕ ਆਪਣਾ ਕੋਈ ਨਵਾਂ ਚੈਨਲ ਦਾ ਸੈਟਅਪ ਬਣਾ ਲੇ ਤੇ ਨਾਲ ਦੀ ਨਾਲ ਉਹ ਲਿੰਕ ਸਭ ਨੂੰ ਫ੍ਰੀ ਕਰ ਦੇ ਤੇ ਜਿੰਨੇ ਜਿਹੜੇ ਵੀ ਹੈਗੇ ਨੇ, ਚਾਹੇ ਉਹ ZTV ਵਾਲੇ ਹੋਣ ਜਾਂ PTC ਵਾਲੇ ਹੋਣ, ਹੋਰ ਜਿੰਨੇ ਵੀ ਹੈਗੇ ਨੇ, ਜੋ ਵੀ ਉਹਨੂੰ ਚਲਾਉਣਾ ਚਾਹੁੰਦਾ ਹੈ ਉਹ ਚਲਾ ਲੇ। ਇਹਦੀ ਖਦਸ਼ਾ ਹਜੇ ਹੈਗਾ, ਪਰ ਮੈਂ ਪਹਿਲਾਂ ਵੀ ਉਸ ਦਿਨ ਇਸੇ ਪ੍ਰੋਗਰਾਮ ਤੇ ਕਿਹਾ ਸੀ ਵੀ ਮੈਨੂੰ ਜਿਹੜਾ ਸਭ ਤੋਂ ਜ਼ਿਆਦਾ ਖਦਸ਼ਾ ਹੈਗਾ ਉਹ ਹੈਗਾ ਵੀ ਤੁਰੰਤ ਗੁਰਬਾਣੀ ਦਾ ਪ੍ਰਸਾਰਣ ਬੰਦ ਹੋ ਜਾਣਾ ਹੈ। YouTube ਤੇ ਇੰਨੇ ਲੋਕ ਟੈਕ ਸੈਵੀ ਨਹੀਂ ਹੈਗੇ, ਇਹ ਮੇਰੀ ਆਸ਼ੰਕਾ ਹੈ ਇਹ ਹੋਏਗਾ। ਅੱਗੇ ਕੀ ਹੋਏ ਮੈਂ ਇਹਦੇ ਉੱਤੇ ਹਜੇ ਕੁਝ ਵੀ ਸੰਭਾਵਨਾ ਕੋਈ ਵਿਅਕਤ ਨਹੀਂ ਕਰ ਸਕਦਾ ਤੁਹਾਨੂੰ, ਪਰ ਮੈਨੂੰ ਇਹ ਜਿਹੜੀ ਮੈਨੂੰ ਖਦਸ਼ਾ ਹੈ ਉਹ ਮੈਂ ਤੁਹਾਨੂੰ ਦੱਸਦਾ ਹੈ। ਦੂਸਰੀ ਗੱਲ ਜਿਹੜੀ ਤੁਸੀਂ ਮੁਤਵਾਜ਼ੀ ਜਥੇਦਾਰਾਂ ਦੀ ਕੀਤੀ ਹੈ, ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਤਲਬ ਕੀਤਾ, 28 ਜੂਨ ਨੂੰ ਉਹਨਾਂ ਨੂੰ ਤਲਬ ਕੀਤਾ ਸੀਗਾ, ਮੁੱਖ ਮੰਤਰੀ ਨਹੀਂ ਉੱਥੇ ਗਏ ਤੇ ਹੁਣ ਉਹਨਾਂ ਨੂੰ 8 ਜੁਲਾਈ ਦੀ ਇੱਕ ਨਵੀਂ ਡੇਟ ਦਿੱਤੀ ਹੈ ਕਿ ਉਹਨਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਆ ਜਾਣ। ਜਿਹੜੀ ਤੁਸੀਂ ਤਖਤਾਂ ਦੇ ਜਥੇਦਾਰ ਦੀ ਗੱਲ ਕੀਤੀ, ਦੇਖੋ ਬਹੁਤ ਸਾਰੇ ਤਖਤਾਂ ਦੇ ਜਥੇ ਜਦੋਂ ਅਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਮੁਤਵਾਜ਼ੀ ਜਥੇਦਾਰਾਂ ਨੂੰ ਵੀ ਇਹ ਕਹਿੰਦੇ ਨੇ ਜੀ ਵੀ ਉਹ ਤਾਂ ਸਰਬਤ ਖਾਲਸਾ ਨੇ ਚੁਣੇ ਹੋਏ ਦੇ ਜਥੇਦਾਰ ਨੇ, ਜਦਕਿ ਇਹ ਇੱਕ ਪਰਿਵਾਰ ਦੇ ਚੁਣੇ ਹੋਏ ਜਥੇਦਾਰ ਨੇ। ਸੋ ਏਦਾਂ ਦੇ ਇਲਜ਼ਾਮ ਉਹ ਲੋਕ ਲਗਾਉਂਦੇ ਆ, ਇਸ ਕਰਕੇ ਉਹਨਾਂ ਨੂੰ ਵੀ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਇਹ ਉਹਨਾਂ ਦੀ ਇੱਕ ਆਲੋਚਨਾ ਦਾ ਵਿਸ਼ੇ ਹੈ। ਪਰ ਜੇ ਆਪਾਂ ਇਹਨਾਂ ਦੀ ਵੀ ਗੱਲ ਕਰੀਏ, ਜਿਹੜੇ ਅਸੀਂ ਕਹਿੰਦੇ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਥਾਪੇ ਹੈ, ਉਹ ਵੀ ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਜੇ ਲਗਾਏ ਹੋਏ ਜਥੇਦਾਰਾਂ ਦੇ ਵੀ ਮੈਂ ਕਈ ਵਾਰ ਦੇਖਿਆ ਲੋਕ ਨਹੀਂ ਜਾਂਦੇ। ਖਾਸ ਤੌਰ ਤੇ ਜੇ ਅਸੀਂ ਪਿਛਲਾ ਥੋੜਾ ਜਿਹਾ ਇਤਿਹਾਸ ਦੇਖੀਏ ਤਾਂ ਸਪੋਕਸਮੈਨ ਦੇ ਜਿਹੜੇ ਮਾਲਕ ਨੇ ਜੋਗਿੰਦਰ ਸਿੰਘ, ਉਹ ਨਹੀਂ ਗਏ ਸੀਗੇ। ਅਕਾਲ ਤਖਤ ਸਾਹਿਬ ਦੇ ਜਥੇਦਾਰੀ ਰਹੇ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ, ਉਹਨਾਂ ਨੂੰ ਵੀ ਜਦੋਂ ਤਲਬ ਕੀਤਾ ਸੀ ਉਹ ਵੀ ਨਹੀਂ ਗਏ ਸੀ। ਸੋ ਇਸ ਤਰ੍ਹਾਂ ਦੀ ਜਦੋਂ ਇੰਨੀ ਵੱਡੀਆਂ ਸ਼ਖਸੀਅਤਾਂ ਜਦੋਂ ਨਹੀਂ ਜਾਂਦੀਆਂ ਤਾਂ ਕੌਮ ਦੇ ਜਿਹੜੇ ਫਿਰ ਇਹੀ ਜਿਹੜਾ ਮਤਲਬ ਜਿਹੜਾ ਇੱਕ ਇਹਨੂੰ ਕਹਿੰਦੇ ਮੈਂ ਕਮਜ਼ੋਰ ਪਾਰਟ, ਉਹ ਥੱਲੇ ਤੱਕ ਵੀ ਟਰੈਵਲ ਕਰਦਾ। ਫਿਰ ਆਮ ਲੋਕ ਵੀ ਇਹ ਸੋਚਣ ਲੱਗ ਜਾਂਦੇ ਆ ਵੀ ਯਾਰ ਵੀ ਜਦੋਂ ਇਹ ਨਹੀਂ ਗਏ ਤਾਂ ਫਿਰ ਜੇ ਮੈਨੂੰ ਵੀ ਕੱਲ ਕੋਈ ਤਲਬ ਕਰ ਲੇਗਾ ਤਾਂ ਫਿਰ ਮੈਂ ਕਿਉਂ ਜਾਵਾਂ। ਸੋ ਇਹ ਮੈਨੂੰ ਲੱਗਦਾ ਵੀ ਇਹ ਜਾਂ ਤਾਂ ਉਹ ਜਿਹੜੀ ਅਥਾਰਟੀ ਹੈ ਉਹਨੂੰ ਮਜ਼ਬੂਤੀ ਨਾਲ ਬਣਾਇਆ ਜਾਏ, ਚੁਣਿਆ ਵੀ ਮਜ਼ਬੂਤੀ ਨਾਲ ਜਾਏ ਔਰ ਹੋਵੇ ਵੀ ਉਹ ਦਿਖੇ ਵੀ ਮਜ਼ਬੂਤ, ਫਿਰ ਤਾਂ ਸ਼ਾਇਦ ਇਹ ਜਿਹੜਾ ਇੱਕ ਸੰਸਥਾ ਹੈ ਉਹ ਵਾਕਈ ਉਸ ਤਰ੍ਹਾਂ ਦੀ ਸੰਸਥਾ ਬਣੇਗੀ ਜਿਸ ਤਰ੍ਹਾਂ ਦੀ ਇਹ ਬਣਾਈ ਗਈ ਹੈ। ਅਦਰਵਾਈਜ਼ ਜੇ ਤੁਸੀਂ ਉਹਨੂੰ ਪੋਲੀਟੀਕਲੀ ਮੋਟੀਵੇਟ ਕਰੋ ਜਾਂ ਪੋਲੀਟੀਕਲੀ ਆਪਣੇ ਜਿਹੜੇ ਤੁਹਾਡੇ ਜਿਹੜੇ ਸਿਸਟਮ ਨੇ ਉਹਨਾਂ 'ਚ ਤੁਸੀਂ ਕਹੋ ਵੀ ਉਹ ਫਿੱਟ ਬੈਠਣ, ਤਾਂ ਮੈਨੂੰ ਲੱਗਦਾ ਕਿ ਫਿਰ ਉਹ ਇੱਕ ਪਰਿਵਾਰ ਦੀ ਹੋ ਕੇ ਰਹਿ ਜਾਏਗੀ ਜਾਂ ਇੱਕ ਪਾਰਟੀ ਦਾ ਹੋ ਕੇ ਰਹਿ ਜਾਏਗਾ, ਇਹ ਕੌਮ ਦਾ ਹੋ ਕੇ ਘੱਟੋ ਘੱਟ ਨਹੀਂ ਰਹੇਗਾ। ਭਾਸਕਰ ਸਾਹਿਬ, ਇੱਕ ਸਵਾਲ ਇੰਦਰਪ੍ਰੀਤ ਜੀ ਨੇ ਉਠਾਇਆ ਕਿ ਜੇਕਰ YouTube ਦੇ ਉੱਤੇ ਗੁਰਬਾਣੀ ਦਾ ਪ੍ਰਸਾਰਣ ਹੋਏਗਾ ਤਾਂ ਕੀ ਉਹ ਸਾਰਿਆਂ ਦੀ ਪਹੁੰਚ ਵਿੱਚ ਹੋਏਗਾ। ਦੂਜਾ ਸਵਾਲ ਇਹ ਹੈ ਕਿ ਇਹਦੇ ਨਾਲ ਸ਼੍ਰੋਮਣੀ ਕਮੇਟੀ ਤੋਂ ਜਿਹੜੀ ਖਬਰ ਮਿਲ ਰਹੀ ਸੀ, ਕੱਲ ਵੀ ਮਿਲੀ ਅੱਜ ਵੀ, ਕਿ ਜਿਹੜੀ ਇਹ ਸਬ ਕਮੇਟੀ ਆ ਤੇ ਇਹਦੇ ਨਾਲ ਹੋਰ ਐਕਸਪਰਟਸ ਦੀ ਰਾਏ ਲਈ ਜਾ ਰਹੀ ਆ, ਉੱਥੇ 2-3 ਤਰ੍ਹਾਂ ਦੇ ਮਾਮਲਿਆਂ 'ਚ ਚਰਚਾ ਹੋ ਰਹੀ ਆ ਕਿ ਸੈਟੇਲਾਈਟ ਚੈਨਲ ਲਈ ਕੀ ਕਿਸੇ ਤੋਂ ਪਹਿਲਾਂ ਤੋਂ ਉਪਲਬਧ ਕੋਈ ਲਾਇਸੈਂਸ ਜਿਹਨੂੰ ਕਹਿੰਦੇ ਆ ਉਹ ਲੈ ਲਿਆ ਜਾਵੇ, ਕਿਸੇ ਤੋਂ ਇਹਨੂੰ ਕੰਟਰੈਕਟ ਤੇ ਲੈ ਲਿਆ ਜਾਵੇ, ਹਾਲਾਂਕਿ ਸੰਭਵ ਨਹੀਂ ਹੁੰਦਾ, ਜਾਂ ਫਿਰ ਭਾਰਤ ਸਰਕਾਰ ਨਾਲ ਕੋਈ ਟਰਸਟ ਬਣਾ ਕੇ, ਕਿਉਂਕਿ ਟਰਸਟ ਸਿੱਧਾ ਸ਼੍ਰੋਮਣੀ ਕਮੇਟੀ ਸ਼ਾਇਦ ਅਪਲਾਈ ਕਰੇ ਤੇ ਉੱਥੇ ਕੋਈ ਟਰਾਏ ਦੇ ਨਿਯਮ ਆੜੇ ਆ ਜਾਣ ਜਾਂ ਕੋਈ ਹੋਰ, ਇਹ ਰੌਲੇ ਪੈਂਦੇ ਰਹਿੰਦੇ ਸੋਸ਼ਲ ਮੀਡੀਆ ਤੇ। ਹਾਲਾਂਕਿ ਇੰਦਰਪ੍ਰੀਤ ਜੀ ਦੱਸ ਰਹੇ ਸੀ ਕਿ ਇਸ ਤਰ੍ਹਾਂ ਦੀ ਕੋਈ ਟਰਾਈ ਦੀ ਬੰਦਿਸ਼ ਨਹੀਂ ਗੀ, ਉਹਨਾਂ ਦੇ ਸੁਜੈਸ਼ਨ ਸੀਗੇ ਕਿ ਇਹ ਧਿਆਨ ਰੱਖਿਆ ਜਾਵੇ ਕਿ ਧਰਮਾਂ ਦੇ ਨਜ਼ਰੀਏ ਤੋਂ ਥੋੜੇ ਜਿਹੇ ਡਿਸਿਪਲਿਨ ਲਾ ਲਏ ਜਾਣ,
ਖੈਰ ਇਹ ਸਾਰੇ ਜਿਹੜੇ ਉਪਬੰਧ ਨੇ, ਜਿਹੜੇ ਪ੍ਰਬੰਧ ਨੇ, ਇਹਨਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਮੰਥਨ ਕਰ ਰਹੀ ਹੈ ਕਿ ਇੱਕ ਉਸੇ ਵੇਲੇ YouTube ਚੈਨਲ ਜਿਹੜਾ ਉਹ ਤਾਂ ਸ਼ੁਰੂ ਹੋ ਜਾਏ, ਗੁਰਬਾਣੀ ਲੋਕਾਂ ਨੂੰ ਮਿਲਦੀ ਰਵੇ, ਲੇਕਿਨ ਨਾਲ ਦੀ ਨਾਲ ਸੈਟੇਲਾਈਟ ਚੈਨਲ ਲਈ ਯਤਨ ਹੁੰਦੇ ਰਹਿਣ। ਔਰ ਇਹ ਵੀ ਬੜਾ ਜ਼ਰੂਰੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਹਰ ਚੈਨਲ ਨੂੰ ਲਿੰਕ ਦੇਣਾ। ਜੇ ਮਰਿਆਦਾ ਦੇ ਨਜ਼ਰੀਏ ਤੋਂ ਜੇਕਰ ਤੁਸੀਂ ਹਰ ਜਗ੍ਹਾ ਉਪਲਬਧ ਕਰਵਾ ਹੀ ਰਹੇ ਹੋ ਤਾਂ ਫਿਰ ਉਹ ਚੈਨਲ ਵੇਖਣ 'ਚ ਵੀ ਕੀ ਹਰਜ ਆ ਜਿਹੜਾ ਦਰਬਾਰ ਸਾਹਿਬ ਦੇ ਨਾਂ ਤੇ ਹੋਏਗਾ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਾਂ ਤੇ ਚੈਨਲ ਹੋਵੇ। ਸੋ ਭਾਸਕਰ ਸਾਹਿਬ ਇਹਨੂੰ ਟੱਚ ਕਰ ਦਿਓ ਮਾਮਲੇ। ਹਾਲਾਂਕਿ ਇਹ ਮਾਮਲਾ ਜਦ ਵਿਧਾਨ ਸਭਾ ਦੇ ਵਿੱਚ ਗੁਰਦੁਆਰਾ ਅਮੈਂਡਮੈਂਟ ਐਕਟ 2023 ਆਇਆ ਤੇ ਸੁਰਖੀਆਂ 'ਚ ਵੀ ਸੀਗਾ। ਪੀਟੀਸੀ ਨੂੰ ਇਹ ਰਾਈਟ ਅੱਜ ਦੇ ਨਹੀਂ ਮਿਲੇ, 2011-12 ਤੇ ਇਹ ਰਾਈਟ ਹੈਗੇ ਨੇ ਤੇ ਹੁਣ 24 ਜੁਲਾਈ 2023 ਦੇ ਵਿੱਚ ਇਹ ਰਾਈਟਸ ਖਤਮ ਹੋ ਰਹੇ ਨੇ। ਐਸਜੀਪੀਸੀ ਨੇ ਫੈਸਲਾ ਲਿੱਤਾ ਕਿ YouTube ਚੈਨਲ ਸ਼ੁਰੂ ਕਰਾਂਗੇ ਔਰ ਇਸ ਫੈਸਲੇ ਨੂੰ ਲੈਣ ਦੀ ਗੱਲਾਂ ਪਰਸੋਂ ਯਾਨੀ ਜਿਹੜਾ 26 ਜੂਨ ਨੂੰ ਇਜਲਾਸ ਹੋਇਆ ਸੀ, ਜਨਰਲ ਇਜਲਾਸ ਹੋਇਆ ਸੀ, ਉਹਦੇ ਵਿੱਚ ਵੀ ਕਈ ਅਕਾਲੀ ਲੀਡਰਾਂ ਨੇ ਐਸਜੀਪੀਸੀ ਨੂੰ ਕਲੈਰੀਫਾਈ ਕਰਨ ਵਾਸਤੇ ਕਿਹਾ ਸੀਗਾ ਕਿ ਤੁਸੀਂ ਦੱਸੋ YouTube ਚੈਨਲ ਚਲਾ ਰਹੇ ਹੋ ਕਿ ਨਹੀਂ ਚਲਾ ਰਹੇ ਹੋ, ਅੱਗੇ ਚੱਲ ਕੇ ਕੀ ਕਰਨਾ ਹੈ, ਪੀਟੀਸੀ ਦੀ ਪ੍ਰਸਾਰਣ ਨੂੰ ਤੁਸੀਂ ਬੰਦ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ। ਤਦ ਐਸਜੀਪੀਸੀ ਚੁੱਪ ਰਹੀ, ਪਰ ਇੱਕ ਦਿਨ ਬਾਅਦ ਐਸਜੀਪੀਸੀ ਇਸ ਡਿਸੀਜਨ ਦੇ ਰਾਹੀਂ ਅੱਗੇ ਵਧਦੀ ਹੈ। ਹੁਣ ਸਾਰਾ ਮਾਮਲਾ ਖੜਾ ਕੀ ਹੈ, ਵਿਧਾਨ ਸਭਾ ਦੇ ਵਿੱਚ ਜਦ ਐਕਟ ਲੈ ਕੇ ਆਇਆ ਜਾਂਦਾ, ਬਿੱਲ ਲੈ ਕੇ ਆਇਆ ਜਾਂਦਾ ਤੇ ਉਹਦੇ ਵਿੱਚ ਕਿਹਾ ਜਾਂਦਾ ਵੀ ਅਸੀਂ ਕਿਸੇ ਵੀ ਤਰੀਕੇ ਨਾਲ ਧਰਮ ਦੇ ਵਿੱਚ ਇੰਟਰਫੇਅਰ ਨਹੀਂ ਕਰ ਰਹੇ, ਸਾਡਾ ਤੇ ਸਿਰਫ ਇੱਕੋ ਹੀ ਮਾਮਲਾ ਹੈ ਗੁਰਦੁਆਰਿਆਂ ਦੇ ਗੁਰਬਾਣੀ ਦੇ ਪ੍ਰਸਾਰਣ ਦੇ ਉੱਤੇ ਸਾਰਿਆਂ ਦੇ ਰਾਈਟਸ ਹੋਣੇ ਚਾਹੀਦੇ, ਇੱਕ ਚੈਨਲ ਦੇ ਰਾਈਟ ਨਹੀਂ ਹੋਣਾ ਚਾਹੀਦੇ। ਇਹੀ ਮੁੱਦਾ ਅੱਗੇ ਵਧਦੇ ਹੋਏ ਮੋਰਚੇ ਲਾਉਣ ਤੱਕ ਦੀ ਗੱਲਾਂ ਐਸਜੀਪੀਸੀ ਦੇ ਇਜਲਾਸ ਦੇ ਵਿੱਚ ਹੁੰਦੀ ਹੈ। ਪਰ ਉਹ ਜਿਹੜਾ ਕੁਐਸਚਨ ਉਠਾਇਆ ਸੀਗਾ ਸਰਕਾਰ ਨੇ, ਭਗਵੰਤ ਮਾਨ ਉਹਨਾਂ ਨੇ, ਉਹਦੇ ਉੱਤੇ ਤੇ ਐਸਜੀਪੀਸੀ ਹੁਣ ਅੱਗੇ ਵਧਦੀ ਨਜ਼ਰ ਆ ਰਹੀ ਹੈ। ਪੀਟੀਸੀ ਨੂੰ ਪ੍ਰਸਾਰਣ, ਉਹ ਟੈਂਡਰ ਬੁਲਾਉਣ ਦੀ ਪ੍ਰਕਿਰਿਆ, ਉਹ ਸਾਰੀ ਗੱਲਾਂ ਜਿਹੜੀ ਉਸ ਐਕਟ ਜਾਂ ਉਸ ਐਕਟ ਦੇ ਵਿੱਚ ਐਡ ਕੀਤੀ ਹੋਈ ਧਾਰਾ 125A ਦੇ ਮੁਤਾਬਿਕ ਐਸਜੀਪੀਸੀ ਨੂੰ ਕਰਨਾ ਚਾਹੀਦਾ ਸੀਗਾ, ਉਹ ਤੇ ਹੁਣ ਕਰ ਹੀ ਰਹੇ ਨੇ। ਹੁਣ ਉਸ ਐਕਟ ਨੂੰ, ਉਸ ਬਿੱਲ ਨੂੰ ਵਾਪਸ ਲੈਣ ਦੀ ਗੱਲਾਂ ਵੀ ਤੁਰ ਰਹੀਆਂ, ਨਹੀਂ ਕਰਾਂਗੇ ਤੇ ਮੋਰਚੇ ਲਾਵਾਂਗੇ। ਹੁਣ ਇੱਕ ਬੜੀ ਅਜੀਬ ਜਿਹੀ ਸਥਿਤੀ ਹੋ ਗਈ ਹੈ। ਅੱਜ ਵੀ ਇਹ ਗੱਲ ਤੈਅ ਹੈ ਕਿ ਪੀਟੀਸੀ ਦੇ ਉੱਤੇ ਪ੍ਰਸਾਰਣ ਰਹੇਗਾ, ਕਿਉਂਕਿ ਜੇ ਸਾਰੇ ਰਾਈਟਸ ਜਾਂ ਸਾਰੇ ਚੈਨਲ ਨੂੰ ਇਹ ਰਾਈਟ ਫ੍ਰੀ ਦਿੱਤੇ ਗਏ ਤੇ ਪੀਟੀਸੀ ਕਿਉਂ ਨਹੀਂ ਰਹੇਗਾ। ਪੀਟੀਸੀ ਦਾ ਕੰਮ ਤੇ ਉਦਾਂ ਹੀ ਚੱਲੇਗਾ ਜਿੱਦਾਂ ਪਹਿਲੇ ਚੱਲ ਰਿਹਾ ਸੀਗਾ। ਪਰ ਚਲੋ ਹਜੇ ਬਹੁਤ ਜਲਦੀ ਹੈ ਇਹਨਾਂ ਗੱਲਾਂ ਦੇ ਉੱਤੇ ਬਹੁਤਾ ਕਹਿਣਾ। ਪਰ ਇੱਕ ਗੱਲ ਤੈਅ ਹੈ, ਜਿਹੜੇ ਭਗਵੰਤ ਮਾਨ ਉਹਨਾਂ ਕਹਿੰਦੇ ਸੀਗੇ ਜਾਂ ਉਸ ਤੋਂ ਪਹਿਲੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਕਹਿੰਦੇ ਸੀਗੇ ਐਸਜੀਪੀਸੀ ਨੂੰ, ਅਕਾਲ ਤਖਤ ਦੇ ਜਥੇਦਾਰ ਸਾਹਿਬ ਦਾ ਤੇ ਕਹਿਣਾ ਐਸਜੀਪੀਸੀ ਨੇ ਨਹੀਂ ਮੰਨਿਆ, ਪਰ ਭਗਵੰਤ ਮਾਨ ਉਹਨਾਂ ਦੇ ਉਸ ਬਿੱਲ ਨੂੰ ਵਿਧਾਨ ਸਭਾ ਦੇ ਵਿੱਚ ਲਿਆਉਣ ਤੋਂ ਬਾਅਦ ਐਸਜੀਪੀਸੀ ਨੇ ਉਸ ਗੱਲ ਨੂੰ ਮੰਨ ਲਿਆ। ਹੁਣ ਇਹ ਗੱਲ ਪੋਲੀਟੀਕਲ ਤੌਰ ਤੇ ਕਿੰਨੀ ਕੁ ਅੱਗੇ ਵਧਦੀ ਹੈ, ਇਹ ਦੇਖਣ ਵਾਲੀ ਗੱਲ ਹੈ। ਹਾਂ, ਇਹ ਤਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਿਸ ਦਿਸ਼ਾ 'ਚ ਵਿਧਾਨ ਸਭਾ ਦਾ ਉਹ ਅਜਲਾਸ ਗਿਆ ਸੀਗਾ ਉਸੇ ਦਿਸ਼ਾ 'ਚ ਇਹ ਅੱਗੇ ਵਧੇ ਨੇ। ਪਰ ਇਹ ਵੀ ਸਵਾਲ ਹੈ ਕਿ ਜਿਹੜੀ ਟੈਂਡਰ ਪ੍ਰਕਿਰਿਆ ਸੀ, ਉੱਥੋਂ ਹੀ ਗੱਲ ਜਦੋਂ ਸ਼੍ਰੋਮਣੀ ਕਮੇਟੀ ਨੇ ਕਿਹਾ ਸੀ ਕਿ ਅਸੀਂ ਟੈਂਡਰ ਪ੍ਰਕਿਰਿਆ ਦੇ ਤਹਿਤ ਨਵੇਂ ਪ੍ਰਸਾਰਣ ਹੱਕ ਦਿਆਂਗੇ ਔਰ ਜਿਹੜਾ ਮਰਜ਼ੀ ਚਾਹੇ ਉਹ ਉਸ ਬਿੱਟ ਦੇ ਵਿੱਚ ਸ਼ਾਮਲ ਹੋ ਸਕਦਾ ਹੈ, ਉੱਥੋਂ ਹੀ ਰੌਲਾ ਪਿਆ ਸੀਗਾ ਕਿ ਤਰੀਕੇ ਬਣਾਏ ਜਾ ਰਹੇ ਆ। ਜਿਸ ਤੋਂ ਬਾਅਦ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਸੀ ਕਿ ਅਸੀਂ ਐਕਟ ਸੋਧਣ ਜਾ ਰਹੇ ਹਾਂ। ਪਰ ਹੁਣ ਸਵਾਲ ਇਹ ਹੈ ਕਿ ਇਹ ਤੋਂ ਬਾਅਦ ਹੋਰ ਹੁਣ ਕੀ ਹੈ, ਕੀ ਸਾਰਿਆਂ ਲਈ ਜੇ ਓਪਨ ਹੋਏਗਾ ਤੇ ਮਰਿਆਦਾ ਦਾ ਨਜ਼ਰੀਆ ਕਿਵੇਂ ਰਹੇਗਾ। ਸ਼੍ਰੋਮਣੀ ਕਮੇਟੀ ਨੂੰ ਆਪਣੇ ਹੈਂਡਲ ਜਿਹੜੇ ਨੇ ਉਹਨਾਂ ਤੋਂ ਕਰਨਾ ਚਾਹੀਦਾ, ਦਰਬਾਰ ਸਾਹਿਬ ਤੋਂ ਕਰਨਾ ਚਾਹੀਦਾ, ਸਿੱਖੀਜ਼ਮ ਦਾ ਆਪਣਾ ਸਥਾਨ ਵੱਡਾ ਕਰਨਾ ਚਾਹੀਦਾ, ਇਹਨੂੰ ਕੇਂਦਰਿਤ ਕਰਨਾ ਚਾਹੀਦਾ। ਹਾਂ, ਉੱਥੋਂ ਕੋਈ ਇਹਨੂੰ ਸ਼ੇਅਰ ਕਰਨਾ ਚਾਹਵੇ, ਸ਼ੇਅਰ ਕਰੇ, ਆਪਣੇ ਹੈਂਡਲ ਤੇ ਸ਼ੇਅਰ ਕਰੇ। ਤੁਸੀਂ ਇਹ ਕਿਉਂ ਜਿੱਦ ਕਰਦੇ ਹੋ ਕਿ ਤੁਹਾਨੂੰ ਉਹ ਲਿੰਕ ਦੇਣ, ਤੁਸੀਂ ਆਪਣੇ ਚੈਨਲ ਤੋਂ ਐਜ ਇਟ ਇਜ਼ ਚਲਾਓ। ਜੇ ਤੁਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਗੁਰਬਾਣੀ ਪ੍ਰਸਾਰਿਤ ਕਰਨਾ ਚਾਹੁੰਦੇ ਹੋ ਤੇ ਸੱਚਖੰਡ ਸਾਹਿਬ ਦਾ ਲੋਗੋ ਵੀ ਨਾਲ ਚੱਲ ਜੇ, ਸਪੋਜ਼ ਜੇ ਕੋਈ ਸ਼੍ਰੋਮਣੀ ਕਮੇਟੀ ਬਣਾਵੇ ਤਾਂ ਖੁਸ਼ੀ ਦੀ ਗੱਲ ਹੋਣੀ ਚਾਹੀਦੀ ਹੈ। ਇੰਦਰਪ੍ਰੀਤ ਜੀ, ਖੈਰ ਇਹਦੇ ਪ੍ਰਬੰਧਾਂ 'ਚ ਥੋੜੇ ਦਿਨ ਲੱਗਦੇ ਹੁੰਦੇ ਆ, ਸਾਨੂੰ ਇਹਦਾ ਖੈਰ ਮਕਦਮ ਕਰਨਾ ਚਾਹੀਦਾ ਤੇ ਹੁਣ ਧਰਮਾਂ ਦੇ ਮਾਮਲੇ 'ਚ ਕੰਟਰੋਵਰਸੀਜ਼ ਤੋਂ ਹੁਣ ਉੱਠਣਾ ਚਾਹੀਦਾ। ਮੈਨੂੰ ਲੱਗਦਾ ਅਸੀਂ ਆਪ ਉਹਦਾ ਹਿੱਸਾ ਨਾ ਹੋ ਜਾਈਏ, ਕਹਿੰਦੇ ਕਿ ਵਿਵਾਦ ਬਣਾਏ ਜਾਂਦੇ ਆ ਤੇ ਕਦੇ ਅਸੀਂ ਵੀ ਵਿਵਾਦਤ ਨਾ ਹੋ ਜਾਈਏ। ਮੈਂ ਅਗਲੀ ਗੱਲ ਤੇ ਜਾਣਾ ਚਾਹੂੰਗਾ, ਅਕਾਲੀ ਪੋਲਿਟਿਕਸ ਦਾ ਜ਼ਿਕਰ ਇਹਦੇ ਨਾਲ ਜੋੜ ਲਈਏ, ਥੋੜਾ ਪਿੱਛੇ ਜਾਵਾਂਗੇ, ਸਵਾਦ ਜਿਹਾ ਨਹੀਂ ਆਉਣਾ, ਸਿਲਸਿਲਾ ਬਣਿਆ ਰਹੂਗਾ। ਜਿਹੜੀ ਪ੍ਰਧਾਨ ਮੰਤਰੀ ਦੇ ਨਿਵਾਸ ਤੇ ਉਹਨਾਂ ਦੀ ਦੇਰ ਰਾਤ ਤੱਕ ਬੈਠਕ ਚੱਲੀ, ਜਿਹਦੇ ਵਿੱਚ ਸਰਕਾਰ ਦਾ ਚਿਹਰਾ ਮੋਹਰਾ 24 ਦੇ ਲਿਹਾਜ਼ ਨਾਲ ਬਦਲਣ ਦਾ ਮਨ ਹੈ, ਭਾਜਪਾ ਸੰਗਠਨ ਦਾ ਉਹ ਤਾਂ ਚਲੋ ਕੁਦਰਤੀ ਉਹਨਾਂ ਦਾ, ਸਰਕਾਰ ਦੇ ਮਾਮਲੇ 'ਚ ਮੇਰੀ ਥੋੜੀ ਦਿਲਚਸਪੀ ਜਾਗੀ। ਪੰਜਾਬ ਕਿਉਂਕਿ ਬੀਜੇਪੀ ਕੋਲ ਤਾਂ ਸਨੀ ਦਿਓਲ ਹੀ ਨੇ ਸੋਮ ਪ੍ਰਕਾਸ਼ ਤੋਂ ਬਾਅਦ, ਸੋਮ ਪ੍ਰਕਾਸ਼ ਤਾਂ ਮੰਤਰੀ ਹੈਗੇ, ਸਨੀ ਦਿਓਲ ਹੋਣਾ ਦੀ ਇੱਛਾ ਹੀ ਨਹੀਂ ਗੀ ਕਿ ਉਹ ਸਿਆਸਤ ਵਿੱਚ ਰਹਿਣ, ਤੇ ਫਿਰ ਮੈਂ ਇਹੀ ਸੋਚਦਾ ਵੀ ਕਿਤੇ ਗੱਠਜੋੜ ਦੀ ਗੱਲ ਅੱਗੇ ਤੁਰੂਗੀ।
ਦੇਖੋ ਰੰਧਾਵਾ ਸਾਹਿਬ, ਇਹ ਗੱਲ ਦੇਖੋ ਆਪਾਂ ਜਦੋਂ ਵੀ ਚਾਹੇ ਰਾਜਨਾਥ ਸਿੰਘ ਆਣ ਤਾਂ ਵੀ ਆਪਾਂ ਇਹ ਗੱਲ ਕਰਦੇ ਹਾਂ ਕਿ ਗਠਜੋੜ ਦੀ ਸੰਭਾਵਨਾ ਹੈਗੀ। ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਜੀ, ਉਹ ਗਠਜੋੜ ਵੱਲ ਜਾ ਰਿਹਾ ਹੈ। ਚਾਹੇ ਜੇਪੀ ਨੱਡਾ ਆਣ ਤਾਂ ਵੀ ਆਪਾਂ ਇਹੀ ਗੱਲ ਕਰਦੇ ਹਾਂ। ਚਾਹੇ ਪ੍ਰਧਾਨ ਮੰਤਰੀ ਬਾਲ ਸਾਹਿਬ ਦੇ ਜਦੋਂ ਇੱਥੇ ਆਏ ਸੀਗੇ ਉਹਨਾਂ ਦੀ ਡੈਥ ਦੇ ਉੱਤੇ, ਤਾਂ ਵੀ ਆਪਾਂ ਇਹੀ ਗੱਲਾਂ ਉਦੋਂ ਕੀਤੀਆਂ ਸੀਗੀਆਂ ਕਿ ਕੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਦੁਬਾਰਾ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਐਨਡੀਏ ਦੇ ਵਿੱਚ ਲੈ ਕੇ ਜਾਣ ਜਾ ਰਹੀ ਹੈ। ਦੇਖੋ, ਭਾਰਤੀ ਜਨਤਾ ਪਾਰਟੀ ਨੇ 2024 ਨੂੰ ਲੈ ਕੇ ਫੁੱਲ ਤਿਆਰੀਆਂ ਸ਼ੁਰੂ ਕੀਤੀਆਂ। ਫੁੱਲ ਦਾ ਮਤਲਬ ਫੁੱਲ ਹੈ, ਇਹਦੇ ਵਿੱਚ ਇਹ ਨਹੀਂ ਕਿ ਉਹਨਾਂ ਨੇ ਕੋਈ ਕਾਰਨਰ ਵੀ ਛੱਡਿਆ ਹੋਇਆ। ਚਾਹੇ ਉਹ ਫਿਲਮਾਂ ਬਣਾ ਕੇ ਲੋਕਾਂ ਨੂੰ ਭਰਮਾਉਣ, ਚਾਹੇ ਉਹ ਆਪਣੇ ਗਠਜੋੜ ਸਾਥੀਆਂ ਨੂੰ ਵਾਪਸ ਲੈ ਕੇ ਆਣ, ਚਾਹੇ ਹੁਣ ਸਰਕਾਰ ਦਾ ਚਿਹਰਾ ਮੋਹਰਾ ਬਦਲ ਕੇ ਕੁਝ ਬੰਦਿਆਂ ਨੂੰ ਸੰਗਠਨ ਦੇ ਵਿੱਚ ਭੇਜਣ ਤੇ ਸੰਗਠਨ ਵਾਲਿਆਂ ਨੂੰ ਸਰਕਾਰ ਦੇ ਵਿੱਚ ਲੈ ਕੇ ਆਣ। ਤੇ ਉਹਦੇ ਵਿੱਚ ਜਿਹੜਾ ਇੱਕ ਅਹਿਮ ਹੈ ਉਹ ਹੈਗਾ ਆਪਣੇ ਰੁੱਸੇ ਹੋਏ ਜਾਂ ਨਾਰਾਜ਼ ਹੋ ਕੇ ਬਾਹਰ ਗਏ ਹੋਏ ਗਠਜੋੜ ਸਾਥੀਆਂ ਨੂੰ ਵਾਪਸ ਲੈ ਕੇ ਆਉਣਾ। ਉਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਇੱਕ ਹੈ। ਬਹੁਤ ਦਿਨਾਂ ਤੋਂ ਇਹ ਗੱਲ ਚੱਲ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਹਾ ਗਿਆ ਕਿ ਉਹ ਦੁਬਾਰਾ ਸਰਕਾਰ ਦੇ ਵਿੱਚ ਸ਼ਾਮਲ ਹੋਣ ਤੇ ਸੁਖਬੀਰ ਬਾਦਲ ਦੀ ਕਮਾਨ ਸੰਭਾਲ, ਐਤਕੀ ਮੰਤਰੀ ਸੁਖਬੀਰ ਬਾਦਲ ਬਣਨ। ਪਰ ਅਕਾਲੀ ਦਲ ਵੱਲੋਂ ਸ਼ਾਇਦ ਇਹ ਕਿਹਾ ਜਾ ਰਿਹਾ ਕਿ ਨਹੀਂ, ਹਰਸਿਮਰਤ ਬਾਦਲ ਹੀ ਹੋਣਗੇ, ਕਿਉਂਕਿ ਸੁਖਬੀਰ ਬਾਦਲ ਕੋਲੇ ਪ੍ਰਧਾਨਗੀ ਦਾ ਪਦ ਵੀ ਹੈ ਤੇ ਉਹਨਾਂ ਕੋਲੇ ਬਹੁਤ ਜ਼ਿਆਦਾ ਕੰਮ ਹੈ। ਇਸ ਤਰ੍ਹਾਂ ਦੀਆਂ ਅਟਕਲਾਂ ਚੱਲ ਰਹੀਆਂ। ਮੈਂ ਇਹ ਨਹੀਂ ਕਹਿ ਰਿਹਾ ਕਿ ਬਿਲਕੁਲ ਮੇਰੇ ਕੋਲ ਪੁਖਤਾ ਜਾਣਕਾਰੀ ਹੈ, ਮੈਂ ਕਹਿ ਰਿਹਾ ਵੀ ਇਸ ਤਰ੍ਹਾਂ ਦੀਆਂ ਅਟਕਲਾਂ ਚੱਲ ਰਹੀਆਂ ਨੇ ਔਰ ਅਸੀਂ ਕਈ ਅਕਾਲੀ ਲੀਡਰਸ ਨਾਲ ਗੱਲ ਕੀਤੀ ਹੈ ਤਾਂ ਹਜੇ ਤੱਕ ਉਹ ਕਲੈਰਿਟੀ ਨਹੀਂ ਦੇ ਰਹੇ ਇਸ ਤੇ। ਅਟਕਲਾਂ ਦਾ ਪੂਰਾ ਬਾਜ਼ਾਰ ਇਸ ਟਾਈਮ ਗਰਮ ਹੈ ਇਸ ਪੁਆਇੰਟ ਦੇ ਉੱਤੇ ਲੈ ਕੇ। ਹੁਣ ਮੈਂ ਜਿਵੇਂ ਪਹਿਲਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਤਾਂ ਕੋਈ ਵੀ ਖੂੰਜਾ ਖਾਲੀ ਛੱਡ ਹੀ ਨਹੀਂ ਰਹੀ ਹੈ। ਉਹ ਹਰ ਤਰੀਕਾਕਾਰ ਅਪਣਾਏਗੀ ਕਿ 2024 ਚ ਦੁਬਾਰਾ ਫਿਰ ਤੋਂ 300 ਸੀਟਾਂ ਦੇ ਕਰੀਬ ਲੈ ਕੇ ਪਾਰਟੀ ਜਿਹੜੀ ਆ ਤੀਸਰੀ ਵਾਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਏ। ਸੋ ਉਹਦੇ ਵਿੱਚ ਇਹ ਵੀ ਇੱਕ ਹੈ। ਤਾਂ ਤੁਸੀਂ ਕਹਿ ਸਕਦੇ ਹੋ ਵੀ ਸ਼੍ਰੋਮਣੀ ਅਕਾਲੀ ਦਲ ਵੀ, ਕਿਉਂਕਿ ਉਹ ਵੀ ਕਾਫੀ ਦੇਰ ਤੋਂ ਪ੍ਰਯਾਸ ਕਰ ਰਿਹਾ ਹੈ ਕਿ ਕਿਉਂਕਿ ਉਹਨਾਂ ਦਾ ਬਸਪਾ ਨਾਲ ਜਿਹੜਾ ਗਠਜੋੜ ਹੈ ਉਸ ਤਰ੍ਹਾਂ ਦੀ ਕਾਮਯਾਬੀ ਨਹੀਂ ਲੈ ਸਕਿਆ ਜਿਸ ਤਰ੍ਹਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਨਾਲ ਉਹਨਾਂ ਦਾ ਬਣਿਆ ਹੋਇਆ। ਸੋ ਮੈਨੂੰ ਲੱਗਦਾ ਕਿ ਉਸ ਤੇ ਵੀ ਜਿਹੜੀ ਹੈਗੀ ਹੈ ਨਵੇਂ ਸਿਰੇ ਤੋਂ ਰੀਥਿੰਕ ਹੋ ਰਿਹਾ ਹੈ ਤੇ ਇਹ ਕਿਸ ਬੰਨੇ ਲੱਗੇਗਾ, ਇਹ ਥੋੜਾ ਟਾਈਮ ਲੱਗੇਗਾ ਹਜੇ ਆਉਣ ਵਾਲੇ ਟਾਈਮ 'ਚ। ਇਹਦੇ 'ਚ ਦੋ ਪਹਿਲੂ ਨੇ। ਮੈਂ ਭਾਸਕਰ ਸਾਹਿਬ ਵੱਲ ਇਹੀ ਸਵਾਲ ਲੈ ਕੇ ਜਾਣਾ ਹੈ। ਪਹਿਲੀ ਗੱਲ ਤਾਂ ਮੁੱਢਲੇ ਦੌਰ ਦੇ ਵਿੱਚ ਇੰਜ ਲੱਗਦਾ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਇਹ ਫੇਸ ਲੈ ਕੇ ਜਾਵੇ ਕਿ ਇਹ ਸੱਤਾ ਦੇ ਲਾਲਚੀ ਨੇ, ਇਸ ਕਰਕੇ ਉਹ ਅਹੁਦਾ ਗ੍ਰਹਿਣ ਕਰਨ ਦੀ ਬਜਾਏ ਜਦੋਂ ਇਹ ਗੱਠਜੋੜ ਹੋਏਗਾ ਤੇ ਉਹਦੇ ਵਿੱਚ ਆਪਣਾ ਹਿੱਸਾ ਭਾਰਾ ਰੱਖਣ ਦੇ ਉੱਤੇ ਨੈਗੋਸੀਏਸ਼ਨ ਇਸ ਵਾਰੀ ਜ਼ਿਆਦਾ ਕਰਨਗੇ, ਮੈਨੂੰ ਇੰਜ ਲੱਗਦਾ ਹੈ। ਦੂਜੀ ਗੱਲ, ਭਾਰਤੀ ਜਨਤਾ ਪਾਰਟੀ ਆਪਣੇ ਪੱਧਰ ਤੇ ਪੰਜਾਬ ਦੇ ਵਿੱਚ ਆਪਣੇ ਮੰਤਰੀਆਂ ਨੂੰ ਭੇਜ ਕੇ ਰੈਲੀਆਂ ਕਰਕੇ ਸਾਰੇ ਜੁਗਾੜ ਕਰਕੇ ਇਸ ਕਸ਼ਮਕਸ਼ ਦੇ ਵਿੱਚ ਹੈ ਕਿ ਇਸ ਵਾਰੀ ਨੈਗੋਸੀਏਸ਼ਨ ਦੇ ਵਿੱਚ ਉਹਨੂੰ 7 ਸੀਟਾਂ ਮਿਲਣ। ਤੇ ਪਤਾ ਲੱਗਿਆ ਕਿ ਇਹੀ ਅੰਕੜੇ ਦੇ ਵਿੱਚ ਅਕਾਲੀ ਦਲ ਵੀ ਆਉਣ ਨੂੰ ਤਿਆਰ ਹੋ ਸਕਦਾ ਹੈ ਜੇਕਰ ਉਹ 7 ਦੇ ਵਿੱਚੋਂ ਇੱਕ ਬਸਪਾ ਨੂੰ ਦੇ ਕੇ 6-6 ਤੇ 1-7 ਨਾਲ ਅੱਗੇ ਵਧਣ। ਸੋ ਐਸੀ ਸਥਿਤੀ ਦੇ ਵਿੱਚ ਇਹ ਪ੍ਰੋਮਿਸ ਲਿਆ ਜਾਵੇ ਕਿ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਅਸੀਂ ਉਨੀਆਂ ਸੀਟਾਂ ਨਹੀਂ ਦੇਵਾਂਗੇ, ਇੱਥੇ ਤੁਹਾਡੀਆਂ 3 ਤੋਂ ਵਧਾ ਕੇ 6 ਕਰ ਦਿੱਤੀਆਂ ਜਾਣ, ਜਿਹਦੇ ਵਿੱਚ ਹੋ ਸਕਦਾ ਪਟਿਆਲੇ ਤੋਂ ਲੈ ਕੇ ਹੋਰ ਚੀਜ਼ਾਂ ਜਿਹੜੀਆਂ ਨਾਲ ਚੱਲਣ। ਸੋ ਇਹ ਸਵਾਲ ਬੜਾ ਵੱਡਾ ਹੈ ਕਿ ਕੀ ਇਹ ਗੱਠਜੋੜ ਸਿਰੇ ਚੜ ਜਾਏਗਾ ਜਿਹਦੇ ਚ ਅਕਾਲੀ ਦਲ ਦੇ ਮੰਤਰੀ ਬਣਨ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਦੂਜੀ ਗੱਲ, ਬੜਾ ਅਹਿਮ ਮਾਮਲਾ ਹੈ ਭਾਸਕਰ ਸਾਹਿਬ ਕਿ ਲੰਘੇ ਦਿਨ ਜਦੋਂ ਯੂਨੀਫਾਰਮ ਸਿਵਲ ਕੋਡ ਦੇ ਉੱਤੇ, ਸਮਾਨ ਨਾਗਰਿਕ ਜ਼ਾਬਤੇ ਦੇ ਉੱਤੇ, ਡਿਸਪਲਿਨ ਦੇ ਉੱਤੇ ਇਹ ਆਮ ਆਦਮੀ ਪਾਰਟੀ ਜਿਹੜੀ ਵਿਰੋਧੀਆਂ ਨਾਲ ਬੈਠੀ ਸੀ ਪਟਨੇ 'ਚ ਤੇ ਅੱਧੀ ਅਧੂਰੀ ਬੈਠੀ ਸੀ, ਉਹ ਤਾਂ ਬੀਜੇਪੀ ਨਾਲ ਖੜੀ ਨਜ਼ਰ ਆਉਂਦੀ ਹੈ। ਇੱਥੇ ਜਿਹੜੀ ਪਾਰਟੀ ਤੇ ਗੱਠਜੋੜ ਦੀ ਅਸੀਂ ਗੱਲ ਕਰ ਰਹੇ ਹਾਂ ਉਹਦਾ ਸਿਧਾਂਤਕ ਬਿਆਨ ਆ ਗਿਆ ਕਿ ਅਸੀਂ ਇਹਦੇ ਉੱਤੇ ਬੀਜੇਪੀ ਦਾ ਵਿਰੋਧ ਕਰਦੇ ਹਾਂ, ਅਸੀਂ ਇਸ ਯੂਨੀਫਾਰਮ ਸਿਵਲ ਕੋਡ ਦਾ ਵਿਰੋਧ ਕਰਾਂਗੇ। ਸੋ ਇੱਕ ਪਾਸੇ ਅਸੀਂ ਗੱਠਜੋੜ ਦੀ ਗੱਲ ਕਰ ਰਹੇ ਹਾਂ, ਲੇਕਿਨ ਦੂਜੇ ਬੰਨੇ ਸਮਾਨਾਂਤਰ ਜਿਹੜੀਆਂ ਦੋ ਪਾਰਟੀਆਂ ਨੇ ਉਹਦੇ ਵਿੱਚੋਂ ਇੱਕ ਤਾਂ ਉਹਨਾਂ ਦੇ ਨਾਲ ਤੁਰਦੀ ਨਜ਼ਰ ਆਉਂਦੀ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਉਹਨਾਂ ਤੋਂ ਦੂਰੀ ਬਣਾ ਕੇ ਬਹਿ ਗਿਆ। ਸੋ ਐਸੀ ਸਥਿਤੀ ਦੇ ਵਿੱਚ ਨਾਜ਼ੁਕਤਾ ਆ ਗਈ ਆ ਕਿ ਹੋ ਕੀ ਰਿਹਾ। ਇੰਜ ਹੋ ਸਕਦਾ ਕਿ ਬੀਜੇਪੀ ਇਸ ਮੁੱਦੇ ਦੇ ਉੱਤੇ ਆਪਣੇ ਨਾਲੋਂ ਵੱਖਰੀ ਸੁਰ ਰੱਖਣ ਵਾਲੀਆਂ ਪਾਰਟੀਆਂ ਨਾਲ ਵੀ ਸਮਝੌਤੇ ਕਰ ਲੂਗੀ ਔਰ ਇਹ ਸਟੇਟ ਟੂ ਸਟੇਟ ਫੈਸਲਾ ਹੋ ਜਾਊਗਾ ਕਿ ਜਿਹਨੇ ਲਾਗੂ ਕਰਨਾ ਆਪਣੀ ਸਟੇਟ ਦੇ ਵਿੱਚ ਕਰ ਲੇ, ਜਿਹੜਾ ਨਹੀਂ ਕਰਨਾ ਚਾਹੁੰਦਾ ਉਹ ਨਾ ਕਰੇ। ਇੰਜ ਵੀ ਅੱਗੇ ਵਧਿਆ ਜਾ ਸਕਦਾ। ਸੋ ਇਹ ਮਾਮਲਾ ਥੋੜਾ ਜਿਹਾ ਪਚੀਦਾ ਹੋ ਗਿਆ, ਇਹਨੂੰ ਜ਼ਰਾ ਐਡਰੈਸ ਕਰ ਦਿਓ।
ਇਹ ਬਿਲਕੁਲ ਮਾਮਲਾ ਬੜਾ ਪੇਚੀਦਾ ਹੋ ਗਿਆ। ਹੁਣ ਜਿਸ ਤਰੀਕੇ ਨਾਲ ਭਾਜਪਾ ਦੇ ਨਰਿੰਦਰ ਮੋਦੀ ਉਹਨਾਂ ਦੇ ਨਿਵਾਸ ਤੇ, ਅਮਿਤ ਸ਼ਾਹ ਹੋਣਾ, BL ਸੰਤੋਸ਼ ਹੋਣਾ, JP ਨੱਡਾ ਹੋਣਾ ਮੀਟਿੰਗ ਕਰਕੇ ਇਹ ਫੈਸਲਾ ਲੈਂਦੇ ਨੇ ਕਿ ਆਉਣ ਵਾਲੇ ਹਫਤੇ ਦੇ ਅੰਦਰ ਅੰਦਰ, ਯਾਨੀ ਇਹ ਜਿਹੜੀ ਰੀਸ਼ਫਲ ਹੈਗੀ ਹੈ ਕੈਬਨਿਟ ਦੀ ਔਰ BJP ਦੇ ਅਹੁਦੇਦਾਰਾਂ ਦੀ, ਇਹ ਰੀਸ਼ਫਲ ਬੜੀ ਛੇਤੀ ਹੋ ਰਹੀ ਹੈ। ਪੰਜਾਬ ਦਾ ਵੀ ਜ਼ਿਕਰ ਹੋਇਆ। ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ JP ਨੱਡਾ ਹੋਣਾ ਹੁਸ਼ਿਆਰਪੁਰ ਦੇ ਵਿੱਚ ਰੈਲੀ ਕਰਕੇ ਆਏ ਔਰ ਖਾਲੀ ਕੁਰਸੀਆਂ ਦੀ ਜਿਹੜੀ ਵੀਡੀਓ ਵਾਇਰਲ ਹੋਈ, ਉਹਦੇ ਤੋਂ ਵੀ ਬੀਜੇਪੀ ਦੀ ਹਾਈ ਕਮਾਨ ਦੇ ਵਿੱਚ ਕਾਫੀ ਨਾਰਾਜ਼ਗੀ ਹੈ ਔਰ ਇਹ ਚੇਂਜਸ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਵੀ ਬੜੀ ਛੇਤੀ ਹੋਣ ਵਾਲੇ ਨੇ। ਇਸ ਗੱਲ ਦੀ ਕਨਸੋ ਹੈ। ਹੁਣ ਗੱਲ ਕਰੀਏ ਗਠਬੰਧਨ ਦੀ, ਅਕਾਲੀ ਦਲ ਦੇ ਨਾਲ ਹੋਏਗਾ ਨਹੀਂ ਹੋਏਗਾ, ਇਹ ਅਸੀਂ ਗੱਲਾਂ ਤੇ ਕਰ ਰਹੇ ਹਾਂ, ਪਰ ਅੰਦਰ ਖਾਤੇ ਇਹ ਗੱਲਾਂ ਭਾਵੇਂ ਜਿਹੜੇ ਕੁਝ ਲੀਡਰ ਅਕਾਲੀ ਦਲ ਦੇ ਵੀ ਮਿਲੇ ਜ਼ਰੂਰ ਨੇ, ਇਹ ਗੱਲਾਂ ਸਾਨੂੰ ਪਤਾ ਲੱਗੀਆਂ, ਪਰ ਕੱਲ ਚੀਮਾ ਸਾਹਿਬ ਦਾ ਯੂਨੀਫਾਰਮ ਸਿਵਲ ਕੋਡ ਦੇ ਉੱਤੇ ਬੀਜੇਪੀ ਦਾ ਸਾਥ ਨਾ ਦੇਣ ਦੀ ਗੱਲ, ਯੂਨੀਫਾਰਮ ਸਿਵਲ ਕੋਡ ਨੂੰ ਸਮਰਥਨ ਨਾ ਦੇਣ ਦੀ ਗੱਲ, ਕਿਉਂਕਿ ਇਸ ਤੋਂ ਪਹਿਲੇ ਅਕਾਲੀ ਦਲ ਭਾਵੇਂ ਉਹ 3 ਕ੍ਰਿਸ਼ੀ ਕਾਨੂੰਨਾਂ ਦੇ ਉੱਤੇ ਬੀਜੇਪੀ ਦਾ ਸਾਥ ਦੇਣ ਦੀ ਸ਼ੁਰੂਆਤ ਦੇ ਵਿੱਚ ਲੱਗਦੀ ਸੀ, ਔਰ ਉਸ ਤੋਂ ਇਲਾਵਾ ਆਰਟੀਕਲ 370 ਜਿਹੜਾ ਹਟਾਇਆ ਗਿਆ ਸੀਗਾ ਕਸ਼ਮੀਰ ਤੋਂ, ਜਿਹਦੇ ਵਾਸਤੇ ਕੇਜਰੀਵਾਲ ਉਹਨਾਂ ਨੂੰ ਵੀ 23 ਜੂਨ ਨੂੰ ਉਸ ਮੀਟਿੰਗ ਵਿੱਚ ਉਮਰ ਅਬਦੁੱਲਾ ਦੇ ਸਵਾਲਾਂ ਦੇ ਜਵਾਬ ਦੇਣੇ ਔਖੇ ਹੋ ਗਏ ਸੀਗੇ। ਇਹੀ ਸਿਚੁਏਸ਼ਨ ਅਕਾਲੀ ਦਲ ਦੀ ਵੀ ਸੀ ਕਿ ਜਦ 370 ਹਟਾਇਆ ਗਿਆ ਸੀ ਤੇ ਉੱਥੇ ਇਹਨਾਂ ਦਾ ਬੀਜੇਪੀ ਦੇ ਨਾਲ ਸਟੈਂਡ ਮਿਲਦਾ ਸੀਗਾ। ਹੁਣ ਅਗਰ ਇਹ ਅਲਾਈਅੰਸ ਹੁੰਦਾ ਤੇ ਯੂਨੀਫਾਰਮ ਸਿਵਲ ਕੋਡ ਦੇ ਉੱਤੇ ਕੀ ਅਕਾਲੀ ਦਲ ਤਾਂ ਸਟੈਂਡ ਚੇਂਜ ਕਰੇਗਾ? ਯਾਨੀ ਇਹ ਸਾਰੀ ਗੱਲਾਂ ਦੇ ਵਿੱਚ ਲੱਗਦਾ ਹੈ ਵੇ ਕਿ ਉਹ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਕਹਿੰਦੀ ਹੈ ਬੀਜੇਪੀ ਦੀ ਧੁਰ ਵਿਰੋਧੀ, ਉਹ ਬੀਜੇਪੀ ਦੀ ਉਸ ਯੂਨੀਫਾਰਮ ਸਿਵਲ ਕੋਡ ਨੂੰ ਸਪੋਰਟ ਕਰਦੀ ਹੈ ਔਰ ਉਹਨਾਂ ਦੇ ਰਾਜ ਸਭਾ ਸੰਸਦ ਜਦ ਪਾਠਕ ਉਹਨਾਂ ਜਦ ਇਹ ਕਹਿੰਦੇ ਨੇ ਕਿ ਸਿਧਾਂਤਿਕ ਤੌਰ ਤੇ ਇਨ ਪ੍ਰਿੰਸੀਪਲ ਵੀ ਸਪੋਰਟ ਦੈਟ, ਲੇਕਿਨ ਇਹਦੇ ਉੱਤੇ ਪੂਰਾ 1.5 ਲੱਖ ਤੋਂ ਵੱਧ ਲਾ ਕਮਿਸ਼ਨ ਨੇ ਜਿਹੜੇ ਸੁਜੈਸ਼ਨ ਮੰਗੇ ਨੇ, ਓਪੀਨੀਅਨ ਮੰਗੇ ਨੇ, ਉਹ ਸਾਰੀ ਗੱਲਾਂ ਦੇ ਦੌਰਾਨ ਪਾਰਟੀਆਂ ਦਾ ਵੱਖਰਾ ਵੱਖਰਾ ਸਟੈਂਡ ਇੱਕ ਮੁੱਦੇ ਤੇ ਅੱਗੇ ਚੱਲ ਕੇ ਹੋਣ ਵਾਲੇ ਰਾਜਨੀਤਿਕ ਸੀਨ ਨੂੰ ਇੱਕ ਰਚਨ ਦੀ ਕੋਸ਼ਿਸ਼ ਜ਼ਰੂਰ ਹੋ ਰਹੀ ਹੈ, ਪਰ ਕਿਸ ਤਰੀਕੇ ਦਾ ਸੀਨ ਬਣੇਗਾ ਇਹ ਆਉਣ ਵਾਲੇ ਟਾਈਮ ਵਿੱਚ ਹੀ ਪਤਾ ਲੱਗੇਗਾ। ਇੰਦਰਪ੍ਰੀਤ ਜੀ, ਇਸੇ ਹੀ ਆਪਾਂ ਗੱਲ ਨੂੰ ਜੇ ਹੋਰ ਥੋੜਾ ਜਿਹਾ ਅੱਗੇ ਵਧਾ ਦਈਏ ਤੇ ਆਮ ਆਦਮੀ ਪਾਰਟੀ ਕੱਲ ਅਚਨਚੇਤ ਪ੍ਰਧਾਨ ਮੰਤਰੀ ਦੀ ਜਿਹੜੀ ਇੱਕ ਨਵੀਂ ਮੂਵ ਸ਼ੁਰੂ ਕੀਤੀ ਗਈ ਸੀ, ਜਿਹੜਾ ਇੰਜ ਲੱਗਦਾ ਕਿ ਉਹਨਾਂ ਦਾ ਆਉਂਦੀ ਲੋਕ ਸਭਾ ਦੇ ਵਿੱਚ ਏਜੰਡਾ ਹੋਣ ਵਾਲਾ, ਉਹ ਕਿਸੇ ਮੁੱਦੇ ਨੂੰ ਹਮੇਸ਼ਾ ਉਛਾਲਦੇ ਹੁੰਦੇ ਆ ਤੇ ਉਹਨਾਂ ਦਾ ਭਾਰਤੀ ਜਨਤਾ ਪਾਰਟੀ ਦਾ ਪੁਰਾਣਾ ਏਜੰਡਾ ਉਹ ਕੋਈ ਲੁਕਾਸ਼ ਪਾ ਕੇ ਤਾਂ ਰੱਖਦੇ ਨਹੀਂ ਹੈਗੇ, ਲੇਕਿਨ ਵੱਖ-ਵੱਖ ਕਲਚਰਲ ਸੋਚ ਜਾਂ ਧਰਾਵਾਂ ਜਿਹੜੀਆਂ ਨੇ ਉਹਦੇ ਨਜ਼ਰੀਏ ਤੋਂ ਇਹਨੂੰ ਕੋਈ ਤੁਸੀਂ ਤਰਕਸੰਗਤ ਮੰਨ ਨਹੀਂ ਸਕਦੇ। ਹਰੇਕ ਖਿੱਤੇ ਦਾ ਆਪਣਾ ਰਹਿਣ ਸਹਿਣ ਆ ਤੇ ਤੁਸੀਂ ਉਹਨੂੰ ਇਕਸਾਰਤਾ ਚ ਪਰੋਵੋਗੇ ਤਾਂ ਇੰਜ ਲੱਗੂਗਾ ਕਿ ਜਿਵੇਂ ਆਪਾ ਵਿਰੋਧ ਹੋ ਗਈ ਆ, ਕਿਸੇ ਨਾਲ ਜ਼ਿਆਦਤੀ ਹੋਊਗੀ। ਖੈਰ, ਇਹ ਮੈਂ ਜਦੋਂ ਪ੍ਰਧਾਨ ਮੰਤਰੀ ਸਾਹਿਬ ਦੀ ਇਸ ਪਹਿਲ ਦੇ ਉੱਤੇ ਆਮ ਆਦਮੀ ਪਾਰਟੀ ਦਾ ਇਨ ਪ੍ਰਿੰਸੀਪਲ ਮਤਲਬ ਸਿਧਾਂਤਕ ਤੌਰ ਤੇ ਸਹਿਮਤ ਹੋ ਜਾਣਾ, ਸੋ ਇਹਨੂੰ ਇੱਕ ਤਾਂ ਜਿਹੜਾ ਬੀਜੇਪੀ ਦਾ ਪ੍ਰੈਸ਼ਰ ਆ ਦਿੱਲੀ ਦੀ ਗਵਰਨਮੈਂਟ ਦੇ ਉੱਤੇ ਬੰਦਿਆਂ ਦੀ ਫੜੋ ਫੜਾਈ, ਇੱਕ ਤਾਂ ਮੈਂ ਉਸ ਐਂਗਲ ਤੋਂ ਦੇਖਦਾ। ਦੂਜਾ ਜਿਹੜਾ ਹਿੰਦੂਤਵ ਦੀ ਰਾਜਨੀਤੀ ਆ ਉਹਦੇ ਵਿੱਚ ਕੇਜਰੀਵਾਲ ਦਾ ਸਟੈਂਡ ਪੁਰਾਣਾ ਹੀ ਆ, ਉਹ ਉਹਨਾਂ ਦੇ ਨਾਲ ਖੜੇ ਜਾ ਨਜ਼ਰ ਹੁੰਦੇ ਆ। ਹੁਣ ਜਦੋਂ ਪ੍ਰਕਿਰਿਆ ਚੱਲ ਰਹੀ ਸੀ ਸੱਤਾ ਦੇ ਵਿਰੋਧੀ ਧਿਰਾਂ ਦੀ ਏਕਤਾ ਦੀ, ਜਿਹਦੇ ਵਿੱਚ ਕੇਜਰੀਵਾਲ ਦੀਆਂ ਕੁਝ ਸ਼ਰਤਾਂ ਨੇ, ਵਿਰੋਧ ਦੇ ਵਿੱਚ ਖੜੇ ਲੋਕਾਂ ਦੇ ਨਾਲ ਖੜੇ ਤਾਂ ਆਉਂਦੇ ਲੇਕਿਨ ਸ਼ਰਤਾਂ ਨਾਲ, ਸ਼ਰਤਾਂ ਉਹਨਾਂ ਦੀਆਂ ਬਹੁਤੀਆਂ ਕੋ ਮੰਨੀਆਂ ਨਹੀਂ ਗਈਆਂ, ਉਦੋਂ ਉਹਨਾਂ ਦਾ ਬੀਜੇਪੀ ਦੀ ਲਾਈਨ ਟੋ ਕਰ ਲੈਣਾ ਔਰ ਉਧਰਲੇ ਬੰਨੇ ਅਗਲੀ ਸ਼ਿਮਲਾ ਮੀਟਿੰਗ ਦੇ ਵਿੱਚ ਇਸੇ ਹੀ ਏਜੰਡੇ ਨੂੰ ਮਤਲਬ ਬਹੁਤ ਵਿਸਥਾਰ ਨਾਲ ਇਹਦੀ ਮੁਲਾਂਕਣ ਵਿਆਖਿਆ ਕਰਨ ਤੋਂ ਬਾਅਦ ਨੀਤੀ ਬਣਾਉਣ ਦਾ ਮਾਮਲਾ ਕਿ ਇਸੇ ਮੁੱਦੇ ਤੇ ਲੀਕ ਮਾਰ ਕੇ ਵਿਰੋਧ ਕੀਤਾ ਜਾਵੇ। ਐਸੀ ਸਥਿਤੀ ਨੂੰ ਤੁਸੀਂ ਕਿਵੇਂ ਇਹਦੀ ਵਿਆਖਿਆ ਕਰੋਗੇ? ਕੇਜਰੀਵਾਲ ਸਾਹਿਬ ਨੂੰ ਬਾਹਰ ਮੰਨ ਲਈਏ, ਫਿਰ ਉਹ ਬੀਜੇਪੀ ਨਾਲ ਵੀ ਸਿਧਾਂਤਕ ਤੌਰ ਤੇ ਨਹੀਂ ਜਾਣਗੇ, ਖੜੇ ਨਜ਼ਰ ਤਾਂ ਆਉਂਦੇ ਨੇ ਪਰ ਉਹ ਕਹਿਣਗੇ ਨਹੀਂ ਜੀ ਅਸੀਂ ਉਹਨਾਂ ਨਾਲ ਨਹੀਂ ਜਾਂਦੇ। ਇਹਦਾ ਮਤਲਬ ਹੈ ਕਿ ਇੱਕ ਤੀਜੀ ਧਿਰ ਵੀ ਉਸਾਰੀ ਜਾ ਸਕਦੀ ਹੈ। ਕੇਸੀਆਰ ਰਾਓ ਜਿਹੜੇ ਹੈਗੇ ਆ, ਕੇ ਚੰਦਰਸ਼ੇਖਰ ਰਾਓ, ਉਹ ਵੀ ਕਹਿ ਰਹੇ ਸੀ ਮੁੱਦਿਆਂ ਤੇ ਦੇਖਾਂਗੇ। ਜਿਹੜੇ ਜਗਨ ਮੋਹਨ ਰੈਡੀ, ਉਹ ਵੀ ਕਈ ਹੋਰ ਵੀ ਨਿਕਲ ਆਉਣਗੇ ਜਿਹੜੇ ਹੌਲੀ ਹੌਲੀ। ਇਹਦਾ ਮਤਲਬ 3 ਧਿਰੀ ਲੜਾਈ ਹੋ ਸਕਦੀ। ਰੰਧਾਵਾ ਸਾਹਿਬ ਦੇਖੋ, ਭਾਰਤੀ ਜਨਤਾ ਪਾਰਟੀ ਨੇ ਜਦ ਦੀ ਮਤਲਬ ਆਪਣੀ ਪੋਲਿਟਿਕਸ ਦੀ ਸ਼ੁਰੂਆਤ ਕੀਤੀ ਹੈ 80ਵੇਂ ਦਹਾਕਿਆਂ ਤੋਂ, ਅਸੀਂ ਉਹਨੂੰ ਮੰਨਦੇ ਹਾਂ, ਉਸ ਤੋਂ ਪਹਿਲਾਂ ਥੋੜਾ ਜਿਹਾ ਲਗਾ ਲਓ, ਜਦ ਦੀ ਭਾਰਤੀ ਜਨਤਾ ਪਾਰਟੀ ਇਲੈਕਸ਼ਨ ਉਹਦੇ ਵਿੱਚ ਆਈ ਹੈ, ਉਦੋਂ ਤੋਂ ਹੀ RSS ਦੇ 3 ਏਜੰਡੇ ਮੇਨ ਸੀ। ਉਹ ਸੀਗਾ ਰਾਮ ਮੰਦਿਰ ਦਾ ਨਿਰਮਾਣ ਕਰਨਾ, ਬਾਬਰੀ ਮਸਜਿਦ ਢਾਹ ਕੇ ਰਾਮ ਮੰਦਿਰ ਦਾ ਨਿਰਮਾਣ ਕਰਨਾ, 377 ਧਾਰਾ ਹਟਾਣਾ ਤੇ ਆਮ ਨਾਗਰਿਕ ਜਿਹੜੀ ਜਾਬਤਾ ਹੈ ਇਹ।
ਇਹ 3 ਲਾਗੂ ਕਰਨੇ ਸੀ। ਦੇਖੋ 2 ਉਹਨਾਂ ਨੇ ਆਲਰੇਡੀ ਕਰਤੇ ਹੈ, ਤੀਸਰਾ ਉਹ ਇਲੈਕਸ਼ਨ ਤੋਂ ਪਹਿਲਾਂ 100% ਕਰਨਗੇ, ਕਿਉਂਕਿ ਇਸੇ ਨੂੰ ਇਲੈਕਸ਼ਨ 'ਚ ਲਿਜਾ ਕੇ ਉਹਨਾਂ ਨੇ ਦੇਸ਼ ਦੇ ਲੋਕਾਂ ਦਾ ਧਰੁਵੀਕਰਨ ਕਰਨਾ ਹੈ, ਪੋਲਰਾਈਜੇਸ਼ਨ ਉਹਨਾਂ ਨੇ ਕਰਨੀ ਹੀ ਕਰਨੀ ਹੈ। ਔਰ ਜੇ ਤੁਸੀਂ ਦੇਖੋ ਜਿਹੜੇ ਪਹਿਲੇ 2 ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਦੋਨਾਂ 'ਚ ਹੀ ਉਹਨਾਂ ਦਾ ਡਟ ਕੇ ਸਾਥ ਦਿੱਤਾ ਹੈ। ਤੀਸਰੀ ਤੇ ਵੀ ਉਹ ਉਸੇ ਦਾ ਹੀ ਸਾਥ ਦੇਣਗੇ, ਕਿਉਂਕਿ ਉਹ ਇਸ ਤੋਂ ਬਾਹਰ ਨਹੀਂ ਜਾ ਸਕਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹਿੰਦੂ ਵਰਗ ਦਾ ਇੱਕ ਵੱਡਾ ਵੋਟ ਬੈਂਕ ਜਿਹੜਾ ਹੈਗਾ ਉਹ ਇਸ ਤੋਂ ਨਾਰਾਜ਼ ਹੋ ਜਾਏਗਾ ਅਗਰ ਉਹਨਾਂ ਨੇ ਇਹ ਲਾਈਨ ਲੈ ਲਈ ਕਿ ਨਹੀਂ, ਸਮਾਨ ਨਾਗਰਿਕ ਸੰਹਿਤਾ ਜਿਹੜੀ ਹੈ ਉਹ ਨਹੀਂ ਹੋ ਸਕਦੀ। ਸੋ ਇਸ ਕਰਕੇ ਉਹਨਾਂ ਨੇ ਜਿਹੜੀ ਸਿਧਾਂਤਕ ਆਪਣੇ ਤੌਰ ਤੇ ਆਪ ਜਿਹੜੇ ਖੁਦ ਪੋਲਿਟਿਕਸ 'ਚ ਉਤਰਨਾ ਹੈ, ਉਦੋਂ ਉਸ ਨਜ਼ਰੀਏ ਤੋਂ ਉਹਨਾਂ ਨੇ ਤਿੰਨੋਂ ਵਾਰੀ ਆਪਣਾ ਇੱਕ ਅਲੱਗ ਸਟੈਂਡ ਲਿੱਤਾ ਹੈ। ਦੂਜੀ ਵਾਲੇ ਪਾਸੇ ਹੈਗੇ ਨੇ ਰੀਜਨਲ ਪਾਰਟੀਆਂ, ਅਕਾਲੀ ਦਲ ਹੈ, ਅਕਾਲੀ ਦਲ ਦਾ ਵੀ ਕੱਲ ਬਿਆਨ ਆ ਚੁੱਕਿਆ ਵੀ ਇਹ ਕੰਟਰੀ ਜਿਹੜਾ ਹੈ ਇਹ ਬਹੁਮੁਖੀ ਪ੍ਰਤਿਭਾ ਹੈ, ਸੌਰੀ ਬਹੁਮੁਖੀ ਧਰਮਾਂ ਦਾ ਜਿਹੜਾ ਦੇਸ਼ ਹੈ, ਇਹਦੇ 'ਚ ਇੱਕ ਨਾਗਰਿਕ ਸੰਹਿਤਾ ਨਹੀਂ ਚੱਲ ਸਕਦੀ। ਸਭ ਦੇ ਆਪਣੇ ਆਪਣੇ ਸਿਧਾਂਤ ਨੇ, ਸਾਰੇ ਧਰਮਾਂ ਦੇ, ਈਵਨ ਟ੍ਰਾਈਬਲਸ ਦੇ ਆਪਣੇ ਆਪਣੇ ਸਿਧਾਂਤ ਨੇ। ਜਿਹੜੇ ਨਾਰਥ ਈਸਟ ਸਾਰਾ ਹੈਗਾ, ਈਵਨ ਝਾਰਖੰਡ ਜਾਂ ਛੱਤੀਸਗੜ੍ਹ, ਇਹ ਸਾਰੇ ਜਿਹੜੇ ਹੈਗੇ ਨੇ, ਹੋਰ ਬਹੁਤ ਸਾਰੇ ਥਾਵਾਂ ਤੇ, ਮਹਾਰਾਸ਼ਟਰ ਦੇ ਵਿੱਚ ਸਾਰੇ ਥਾਵਾਂ ਤੇ ਜਿਹੜੇ ਟ੍ਰਾਈਬਸ ਹੈਗੇ ਆ, ਉਹਨਾਂ ਦੀ ਇੱਕ ਆਪਣੀ ਸੰਹਿਤਾ ਹੈ। ਜੇ ਤੁਸੀਂ ਉਹਨਾਂ ਨੂੰ ਵੀ ਇਸ ਦੇ ਵਿੱਚ ਲੈ ਕੇ ਆਓਗੇ ਤਾਂ ਉਹ ਬਿਲਕੁਲ ਹੀ ਖਤਮ ਹੋ ਜਾਣਗੇ, ਉਹਨਾਂ ਦੀ ਆਪਣੀ ਆਇਡੈਂਟੀਟੀ ਬਿਲਕੁਲ ਸਮਾਪਤ ਹੋ ਜਾਏਗੀ। ਤਾਂ ਇਸ ਕਰਕੇ ਸਾਨੂੰ ਸੇਮ ਨਹੀਂ ਰੱਖਣੀ ਚਾਹੀਦੀ। ਸੋ ਮੈਨੂੰ ਇਹ ਲੱਗ ਰਿਹਾ ਕਿ ਕਿਉਂਕਿ ਵੱਡਾ ਜਿਹੜਾ ਇੱਕ ਚੰਕ ਹੈ ਵੋਟ ਦਾ ਇੱਕ ਵੱਡਾ ਚੰਕ ਇਸ ਦੇ ਉੱਤੇ ਖੜਾ ਹੈ, ਤੇ ਜਿਹੜੇ ਬਾਕੀ ਛੋਟੇ ਨੇ, ਇਸ ਕਰਕੇ ਉਹ ਸਾਰੇ ਇਕੱਠੇ ਹੋਣਗੇ ਤੇ ਸਾਰੀ ਪੋਲਰਾਈਜੇਸ਼ਨ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਹੋਊਗੀ। ਭਾਰਤੀ ਜਨਤਾ ਪਾਰਟੀ ਨੂੰ ਇਹ ਬਹੁਤ ਸੂਟ ਕਰਦਾ ਹੈ, ਇਸ ਕਰਕੇ ਉਹ ਲੈ ਕੇ ਆਣਗੇ ਹੀ ਆਣਗੇ, ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ। ਇਸੇ ਤੇ ਹੀ ਜਿਵੇਂ ਪਿਛਲੀ ਵਾਰ ਉਹਨਾਂ ਨੇ ਰਾਮ ਮੰਦਿਰ ਦਾ ਔਰ ਧਾਰਾ 370 ਦਾ ਇਸ਼ੂ ਉਠਾਇਆ ਸੀ, ਇਸ ਵਾਰ ਇਹ ਵਾਲਾ ਇਸ਼ੂ ਲੈ ਕੇ ਜਾਣਗੇ ਔਰ ਇੱਕ ਦੱਬ ਕੇ ਕਹਿਣਗੇ, ਜ਼ੋਰ ਨਾਲ ਕਿਹਾ ਜਾਊਗਾ ਕਿ ਅਸੀਂ 3 ਇਸ਼ੂਜ਼ ਨੂੰ ਲੈ ਕੇ ਆਪਣੇ ਵਰਗ ਨਾਲ ਵਾਅਦਾ ਕੀਤਾ ਸੀ ਔਰ ਅਸੀਂ ਤਿੰਨੋਂ ਦੇ ਤਿੰਨੋਂ ਜਿਹੜੇ ਹੈਗੇ ਆ ਉਹ ਪੁਗਾਤੇ ਹੈ। ਯਾਨੀ ਕਿ ਜਿਹੜੀ ਗੱਲ ਅਸੀਂ ਕਰਦੇ ਹਾਂ ਉਸ ਤੇ ਅਸੀਂ ਪੂਰਾ ਸਿਰੇ ਚੜਾਉਂਦੇ ਹਾਂ ਉਹਨੂੰ। ਸੋ ਮੈਨੂੰ ਨਹੀਂ ਲੱਗਦਾ ਕਿ ਇਹ ਰੁਕੇਗਾ, ਇਹ 100% ਹੋਏਗਾ। ਹਾਂ, ਕੇਜਰੀਵਾਲ ਵਰਗੇ ਜਿਹੜੇ ਹੈਗੇ ਨੇ, ਪੀਸੀ ਰਾਓ ਜਾਂ ਜਗਨ ਮੋਹਨ ਜਿਹੜੇ ਹੈਗੇ ਨੇ, ਇਹ ਤੁਸੀਂ ਕਹਿ ਰਹੇ ਹੋ ਵੀ ਇੱਕ ਅਲੱਗ ਲਾਈਨ ਵੀ ਇੱਧਰ ਨਾਲ ਵੀ ਨੇ ਤੇ ਅਲੱਗ ਲਾਈਨ ਵੀ ਟੋ ਕਰ ਰਹੇ ਨੇ ਜਿਹੜੀਆਂ ਦੂਜੀ ਰੀਜਨਲ ਪਾਰਟੀ ਦੀਆਂ, ਤਾਂ ਇੱਕ ਤੀਸਰੀ ਧਿਰ ਵੀ ਖੜੀ ਹੋ ਸਕਦੀ ਹੈ। ਤੀਸਰੀ ਧਿਰ ਖੜਾ ਹੋਣਾ ਕੋਈ ਜ਼ਿਆਦਾ ਉਹ ਨਹੀਂ ਹੈ, ਪਰ ਜੇ ਖੜੇ ਹੁੰਦੇ ਨੇ ਤਾਂ ਇਹਨਾਂ ਦਾ ਮਕਸਦ ਜਿਹੜਾ ਹੈਗਾ ਉਹ ਸੱਤਾ ਤੇ ਕਬਜ਼ਾ ਕਰਨਾ ਨਹੀਂ ਹੈ, ਇਹਨਾਂ ਦਾ ਮਕਸਦ ਕਿੰਗ ਮੇਕਰ ਦੀ ਭੂਮਿਕਾ ਦੇ ਵਿੱਚ ਆਣਾ ਹੈ। ਅਗਰ ਭਾਰਤੀ ਜਨਤਾ ਪਾਰਟੀ 272 ਦੇ ਅੰਕੜੇ, ਭਾਰਤੀ ਜਨਤਾ ਪਾਰਟੀ ਨਹੀਂ, ਮੈਂ ਐਨਡੀਏ ਦੀ ਗੱਲ ਕਰ ਰਿਹਾ, ਐਨਡੀਏ ਅਗਰ 272 ਤੋਂ ਥੱਲੇ ਰਹਿੰਦਾ ਹੈ ਤਾਂ ਉਹਨਾਂ ਕੋਲੇ ਇੱਕੋ ਇੱਕ ਜਿਹੜਾ ਫਿਰ ਧਿਰ ਬਚੇਗੀ ਉਹ ਇਹੀ ਹੋਏਗੀ ਜਿਹੜੀ ਉਹਨੂੰ ਸਪੋਰਟ ਕਰ ਸਕਦੀ ਹੈ, ਤੇ ਉਹ ਫਿਰ ਕਿੰਗ ਮੇਕਰ ਦੀ ਭੂਮਿਕਾ 'ਚ ਆਪਣੇ ਆਪ ਨੂੰ ਦੇਖਣਾ ਚਾਹਣਗੇ। ਮਤਲਬ ਨੈਗੋਸੀਏਸ਼ਨ ਦੀ ਸੰਭਾਵਨਾ ਵੱਡੀ ਹੋ ਜਾਂਦੀ ਹੈ ਤੇ ਉਹਦੇ ਵਿੱਚ ਲਾਭ ਵੀ ਮਿਲ ਜਾਂਦਾ। ਤੁਸੀਂ ਆਪਣੀ ਸਟੇਟ ਨੂੰ ਲੈ ਲਓ ਜਾਂ ਆਪਣੇ ਪਰਿਵਾਰ ਲਈ ਕਿਸੇ ਨੂੰ ਮੰਤਰੀਸ਼ਿਪ ਦਵਾ ਦਿਓ, ਇਹ ਸਾਰੇ ਰੌਲੇ ਉਦੋਂ ਨਜਿੱਠੇ ਜਾਣਗੇ ਔਰ ਇਹ ਫਾਇਦੇਮੰਦ ਵੀ ਹੁੰਦਾ। ਜਦੋਂ ਪਤਾ ਹੋਵੇ ਕੇਜਰੀਵਾਲ ਸਾਹਿਬ ਵਰਗੇ ਨੂੰ ਵੀ ਮੈਂ ਪ੍ਰਧਾਨ ਮੰਤਰੀ ਤੇ ਬਣ ਨਹੀਂ ਸਕਣਾ ਤੇ ਮੈਂ ਕਿਸੇ ਦੇ ਮਗਰ ਲੱਗਣ ਦੀ ਬਜਾਏ ਇੰਡੀਪੈਂਡੈਂਟ ਰਵਾਂ, ਜਿੱਥੇ ਵਾਰਾ ਖਾਊਗਾ ਉੱਥੇ ਸੌਦਾ ਜਾ ਕੇ ਮੁਕਾਊਗਾ। ਇੰਜ ਕਾਫੀ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦਾ ਖੇਤਰੀ ਪੱਧਰ ਦੇ ਉੱਤੇ ਆਪਣਾ 5-7-10 ਸੀਟਾਂ ਦਾ ਹੋਵੇ ਸਕੋਪ ਕਿ ਅਸੀਂ ਲੈ ਕੇ ਆ ਜਾਾਂਗੇ, ਪਰ ਕੀ ਜਿੱਥੇ ਏਡੇ ਵੱਡੇ ਖਤਰੇ ਆ, ਯੂਨੀਫਾਰਮ ਸਿਵਲ ਕੋਡ ਦਾ ਸਿੱਧਾ ਵਿਰੋਧ ਕਰਕੇ, ਹਿੰਦੂਤਵ ਦਾ ਸਿੱਧਾ ਵਿਰੋਧ ਕਰਕੇ, ਕੀ ਜਿਹੜੀਆਂ ਇਹ ਪਾਰਟੀਆਂ ਸ਼ਿਮਲੇ 'ਚ ਮਿਲਣਗੀਆਂ ਉਹ ਕੋਈ ਏਡਾ ਖਤਰਾ ਮੁੱਲ ਲੈਣਾ ਚਾਹਣਗੀਆਂ? ਇਹ ਵੀ ਸਵਾਲ ਆ ਕਿ ਉਹ ਵਿਚਲਾ ਰਸਤਾ ਅਖਤਿਆਰ ਕਰਨਗੀਆਂ, ਕਿਉਂਕਿ ਬਹੁਤ ਸਾਰੇ ਲੋਕ ਇਹਨਾਂ 'ਚ ਕੈਲਕੂਲੇਟਡ ਵੀ ਹੁੰਦੇ ਆ ਕਿ ਸਿੱਧੇ ਰੂਪ ਦੇ ਵਿੱਚ ਵਿਰੋਧ ਵਿੱਚ ਨਾ ਆਇਆ ਜਾਵੇ, ਕੋਈ ਵਿਚਲਾ ਰਾਹ ਕੱਢਿਆ ਜਾਵੇ। ਖੈਰ, ਇਹ ਦੇਖਣ ਵਾਲੀ ਗੱਲ ਹੋਊਗੀ। ਭਾਸਕਰ ਸਾਹਿਬ, ਅਗਲੀ ਖਬਰ ਨੂੰ ਤੁਸੀਂ ਤੋਰ ਦਿਓ ਸਾਂਝੇ ਤੌਰ ਤੇ। ਜਿਹੜੀ ਗੋਆ ਦੇ ਵਿੱਚ ਮੁੱਖ ਆਪਣੇ ਪੰਜਾਬ ਦੀ ਜ਼ਮੀਨ ਸੀ ਜਿਹੜੀ ਲੀਜ਼ ਤੇ ਕਿਸੇ ਹੋਟਲ ਨੂੰ, ਕਿਸੇ ਰਿਜ਼ੋਰਟ ਨੂੰ ਦਿੱਤੀ ਗਈ ਸੀ ਚੰਨੀ ਗਵਰਨਮੈਂਟ ਦੇ ਵੇਲੇ, ਉਹਦੀ ਜਾਂਚ ਸ਼ੁਰੂ ਹੋ ਗਈ ਆ ਔਰ ਉਹਦੇ ਉੱਤੇ ਫੈਸਲਾ ਕੀਤਾ ਗਿਆ ਕਿ ਇਹ ਰੱਦ ਕੀਤਾ ਜਾਵੇ, ਉਹਨਾਂ ਨੂੰ ਨੋਟਿਸ ਦਿੱਤਾ ਜਾਵੇ, ਪ੍ਰਕਿਰਿਆ ਅੱਗੇ ਵਧਾਤੀ ਆ। ਖੈਰੇ ਕਾਫੀ ਦੇਰ ਦੀ ਕਨਸੋ ਸੀ ਪੁਰਾਣੇ ਸੀਐਮ ਨੂੰ ਫਸਾਇਆ ਜਾਊਗਾ। ਕੀ ਸੱਚਮੁੱਚ ਇੰਨੇ ਕੁ ਵਿੱਚ ਰਾਹ ਰਸਤੇ ਛੱਡੇ ਗਏ ਨੇ, ਲੂਪਹੋਲ ਹੈਗੇ ਆ
ਕਿ ਕਿਸੇ ਤੇ ਜ਼ਿੰਮੇਵਾਰੀ ਫਿਕਸ ਹੋਵੇ। ਕਿ ਮੁੱਖ ਮੰਤਰੀ ਕਿਤੇ ਆਪਣੇ ਸਾਈਨਾਂ ਨਾਲ ਇਹੋ ਜਿਹੀਆਂ ਚੀਜ਼ਾਂ ਦਿੰਦੇ ਆ, ਜਾਂ ਕੋਈ ਇਹੋ ਜਿਹਾ ਬੰਦਾ ਲੱਭ ਜਾਓ ਜਿਹੜਾ ਕਹੂ ਮੈਨੂੰ ਵਰਬਲੀ ਮੁੱਖ ਮੰਤਰੀ ਨੇ ਸੱਦ ਕੇ ਕਿਹਾ ਸੀ ਦੇ ਦਿਓ ਫਲਾਣੇ ਬੰਦੇ ਨੂੰ। ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ। ਅਜੇ ਕਥਿਤ ਦੋਸ਼ ਨੇ ਕਿ ਪੁਰਾਣੀ ਸਰਕਾਰ ਨੇ ਇਸ ਤਰ੍ਹਾਂ ਦਾ ਜਿਹੜਾ ਕੌਡੀ ਘੱਟੇ ਰੋਲਣ ਵਾਲੀ, ਸਸਤੇ ਪਾ ਸੁੱਟਣ ਵਾਲੀ ਲੀਜ਼ ਵਰਗੀ ਇਹ ਗੱਲ, ਇਹਨੂੰ ਤੋਰੋ ਅੱਗੇ ਜ਼ਰਾ। ਦੇਖੋ, ਗੋਆ ਦੇ ਵਿੱਚ ਪੰਜਾਬ ਸਰਕਾਰ ਦੀ ਜ਼ਮੀਨ ਦਾ ਸਾਨੂੰ ਪਤਾ ਹੀ ਤਦ ਲੱਗਿਆ ਜਦ ਚੰਨੀ ਉਹਨਾਂ ਨੂੰ ਵਿਜੀਲੈਂਸ ਦੇ ਸਾਹਮਣੇ ਪੇਸ਼ ਕੀਤਾ ਗਿਆ, ਔਰ ਅਗਲੇ ਦਿਨ ਅਖਬਾਰਾਂ ਦੇ ਵਿੱਚ ਇਹ ਬਿਆਨ ਲੱਗਿਆ ਕਿ ਇਹਨਾਂ ਦੇ ਟਾਈਮ ਦੇ ਵਿੱਚ ਇਹ ਲੀ ਕੋੜੀ ਦੇ ਭਾਅ ਇੱਕ ਪ੍ਰਾਈਵੇਟ ਫਰਮ ਨੂੰ ਦੇ ਦਿੱਤੀ ਗਈ ਸੀ, ਔਰ ਜਿਹੜੀ ਜ਼ਮੀਨ ਦਾ ਰੇਟ 2013 ਦੇ ਵਿੱਚ 54 ਕਰੋੜ ਸੀਗਾ। ਯਾਨੀ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ 10 ਸਾਲ ਬਾਅਦ ਉਹਦਾ ਤਕਰੀਬਨ ਡਬਲ ਤੇ ਮੰਨ ਕੇ ਚੱਲੋ, ਉਹਨੂੰ 1,13,000 ਰੁਪਏ ਪਰ ਮੰਥ ਦੇ ਲੀਜ਼ ਦੇ ਉੱਤੇ 15 ਸਾਲਾਂ ਵਾਸਤੇ ਇੱਕ ਪ੍ਰਾਈਵੇਟ ਫਰਮ ਨੂੰ ਦੇ ਦਿੱਤਾ ਗਿਆ ਸੀ। ਔਰ ਇੱਕ ਟਾਈਮ ਸੀਗਾ ਜਦ ਪੰਜਾਬ ਟੂਰਿਜ਼ਮ ਡਿਪਾਰਟਮੈਂਟ ਨੇ ਘੱਟ ਤੋਂ ਘੱਟ 25 ਜਗ੍ਹਾ ਦੇ ਵਿੱਚ ਜਗ੍ਹਾ ਖਰੀਦੀ ਸੀ, ਔਰ ਉਹ ਟੂਰਿਜ਼ਮ ਪੁਆਇੰਟਸ ਦੇ ਉੱਤੇ ਹੋਲੀਡੇ ਹੋਮ ਬਣਾਉਣਾ ਸੀ, ਜਿੱਦਾਂ ਸਾਡਾ ਸ਼ਿਮਲੇ ਵੀ ਬਣਿਆ ਹੋਇਆ ਹੈ, ਹੋਰ ਵੀ ਕਈ ਸੂਬਿਆਂ ਦੇ ਵਿੱਚ ਸਾਡਾ ਪੰਜਾਬ ਦਾ ਆਪਣਾ ਹੋਲੀਡੇ ਹੋਮ ਬਣਿਆ ਹੋਇਆ ਹੈ। ਏਦਾਂ ਹੀ ਗੋਆ ਦੇ ਵਿੱਚ ਵੀ ਇਹ ਜ਼ਮੀਨ ਖਰੀਦੀ ਸੀ ਹੋਲੀਡੇ ਹੋਮ ਬਣਾਉਣ ਵਾਸਤੇ। ਹੋਲੀਡੇ ਹੋਮ ਤਾਂ ਨਹੀਂ ਬਣਾਇਆ ਗਿਆ, ਲੇਕਿਨ ਲੀਜ਼ ਤੇ ਦੇ ਦਿੱਤੀ ਗਈ। ਇਸ ਲੀਜ਼ ਨੂੰ ਕੈਂਸਲ ਕਰਨ ਦੀ ਕਵਾਇਦ ਸ਼ੁਰੂ ਹੋ ਗਈ ਹੈ। ਨਾਲ ਚੰਨੀ ਉਹਨਾਂ ਨੂੰ ਵੀ ਪੁੱਛਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ ਕਿ ਵੀ ਇਹ ਤੁਸੀਂ ਇੰਨੀ ਔਣੇ ਪੌਣੇ ਭਾਅ ਦੇ ਵਿੱਚ ਇਹ ਲੀਜ਼ ਕਿਉਂ ਦਿੱਤੀ ਸੀਗੀ। ਔਰ ਲੀਜ਼ ਇਹ 15 ਸਾਲ ਦੀ ਲੀਜ਼ ਹੀ ਨਹੀਂ ਸੀ, ਇਹ ਅੱਗੇ 15 ਸਾਲ ਦੇ ਵਾਸਤੇ ਐਕਸਪੈਂਡੇਬਲ ਸੀ, ਐਕਸਟੈਂਡੇਬਲ ਸੀਗੀ। ਹੁਣ ਇਦਾਂ ਦੇ ਹਾਲਾਤ ਦੇ ਵਿੱਚ ਇਸ ਲੀਜ਼ ਨੂੰ ਕੈਂਸਲ ਕਰਨ ਦਾ ਫੈਸਲਾ ਲੈ ਲਿਆ ਗਿਆ ਹੈ, ਪਰ ਅੱਗੇ ਚੱਲ ਕੇ ਪੋਲੀਟੀਸ਼ੀਅਨ ਕਿਹੜੇ ਇਨਵੋਲਵ ਸੀ, ਅਫਸਰ ਕਿਹੜੇ ਇਨਵੋਲਵ ਸੀ ਇਸ ਲੀਜ਼ ਨੂੰ ਸਾਈਨ ਕਰਨ ਵਾਸਤੇ, ਇਹਦੀ ਇਨਵੈਸਟੀਗੇਸ਼ਨ ਵੀ ਪੈਰਲਲ ਤੌਰ ਤੇ ਵਿਜੀਲੈਂਸ ਨੇ ਕਰਨੀ ਸ਼ੁਰੂ ਕਰ ਦਿੱਤੀ। ਵਿਜੀਲੈਂਸ ਦੀ ਗੱਲ ਆਈ ਹੈ ਤੇ ਇੱਕ ਸਾਬਕਾ ਡੀਆਈਜੀ ਫਿਰੋਜ਼ਪੁਰ ਦੇ ਨੇ, ਸਾਬਕਾ ਨਹੀਂ ਅਜੇ ਇਨ ਸਰਵਿਸ ਨੇ, ਮਤਲਬ ਫਿਰੋਜ਼ਪੁਰ ਦੇ ਸਾਬਕਾ ਹੋ ਗਏ ਹੁਣ, ਉਹਨਾਂ ਦਾ ਜ਼ਿਕਰ ਹੋ ਰਿਹਾ। ਮੈਨੂੰ ਯਾਦ ਹੈ ਅਸੀਂ ਕਈ ਮਹੀਨੇ ਪਹਿਲਾਂ ਜਦੋਂ ਇਸ ਕੇਸ ਦਾ ਜ਼ਿਕਰ ਕਰ ਰਹੇ ਸੀਗੇ, ਤਰਨਤਾਰਨ ਜ਼ਿਲ੍ਹੇ ਦੇ ਉਹ ਨਸ਼ਾ ਤਸਕਰਾਂ ਕੋਲੋਂ ਪੈਸੇ ਲੈਣ ਦੀ ਗੱਲ, ਜਾਂ ਬਾਕੀ ਹੁਣ ਉਹ ਗੱਲ ਮੈਨੂੰ ਲੱਗਦਾ ਲੌਜੀਕਲ ਐਂਡ ਤੱਕ ਪਹੁੰਚਣ ਲੱਗੀ ਆ। ਗੱਲ ਸਿਰੇ ਲੱਗ ਜੂ ਜਾਂ ਜੇ ਫਸੀ ਰੋ, ਬੜੇ ਮਹੀਨੇ ਲੱਗੇ ਜੀ ਇਹਨੂੰ ਜਾਂਚ ਨੂੰ ਇੱਥੋਂ ਤੱਕ ਲਿਆਉਣ ਲਈ। ਇਹ ਚ ਹੈ ਕੁਝ ਕੱਢਣ ਪਾਉਣ ਲਈ ਭਾਸਕਰ ਸਾਹਿਬ? ਦੇਖੋ, ਇਹ ਗੱਲ ਹੈਗੀ ਹੈ ਜੂਨ 30 2022 ਦੀ, ਪਿਛਲੇ ਸਾਲ। ਆਪਾਂ ਹੁਣ ਜੂਨ 30, ਕੱਲ ਜੂਨ 30 ਹੈ, ਠੀਕ 1 ਸਾਲ ਪਹਿਲੇ ਇੱਕ FIR ਦਰਜ ਹੁੰਦੀ ਹੈ ਭਿੱਖੀ ਪਿੰਡ ਥਾਣੇ ਦੇ ਵਿੱਚ, ਜਿਹਦੇ ਵਿੱਚ ਇੱਕ ਤਸਕਰ ਫੜਦੇ ਨੇ। ਉਹ ਤਸਕਰ ਫੜੇ ਜਾਣ ਤੋਂ ਬਾਅਦ ਉਹਨੂੰ ਕੇਸ ਦੇ ਵਿੱਚ ਨਾਮਜ਼ਦ ਨਾ ਕਰਨ ਵਾਸਤੇ ਉਹ ਰਾਬਤਾ ਕਾਇਮ ਕਰਦਾ ਹੈ ਇੱਕ ਹੈੱਡ ਕਾਂਸਟੇਬਲ ਪਿਸ਼ੌਰਾ ਸਿੰਘ ਵੀ, ਇੱਕ ਹੋਰ ਵਿਅਕਤੀ ਵੀ ਫੜਿਆ ਜਾਂਦਾ ਹੈ। ਔਰ ਉਹ ਜਿਹੜਾ ਹੈੱਡ ਕਾਂਸਟੇਬਲ ਹੈ ਉਹ ਕਿਸੇ ਹੀਰਾ ਸਿੰਘ ਯਾਨੀ ਆਪਣੇ ਭਰਾ ਨੂੰ ਮਿਲਾਉਂਦਾ ਹੈ। ਗੱਲ DSP ਲਖਵੀਰ ਸਿੰਘ ਤੱਕ ਪਹੁੰਚਦੀ ਹੈ। 10 ਲੱਖ ਦੇ ਵਿੱਚ ਸੌਦਾ ਹੁੰਦਾ ਹੈ ਵੀ DIG ਸਾਹਿਬ 10 ਲੱਖ ਰੁਪਏ ਮੰਗਦੇ ਨੇ, ਤੇ ਉਹ 10 ਲੱਖ ਵਿੱਚੋਂ 9,97,000 ਰੁਪਇਆ ਉਹ ਹੀਰਾ ਸਿੰਘ ਦੇ ਘਰੋਂ ਰਿਕਵਰ ਵੀ ਹੁੰਦਾ। ਤਦ ਵੀ ਇਹ ਗੱਲਾਂ ਉੱਠੀ ਸੀ ਕਿ ਇਹਦੇ ਪਿੱਛੇ DIG ਇੰਦਰਬੀਰ ਉਹਨਾਂ ਦੇ ਨਾਂ ਤੇ ਇਹ ਰਿਸ਼ਵਤ ਮੰਗੀ ਗਈ, ਦਿੱਤੀ ਗਈ, ਉਹਨਾਂ ਤੱਕ ਨਹੀਂ ਪਹੁੰਚੀ। ਪਰ ਉਸ ਤੋਂ ਪਹਿਲੇ ਉਹਨਾਂ ਪੈਸਿਆਂ ਦਾ ਫੜਿਆ ਜਾਣਾ, ਤੁਹਾਨੂੰ ਯਾਦ ਹੋਏਗਾ ਇੰਦਰਬੀਰ ਸਿੰਘ ਉਹਨਾਂ ਨੂੰ ਵਰਿੰਦਰ ਸਿੰਘ ਜਿਹੜੇ ਅੰਮ੍ਰਿਤਸਰ ਦੇ SSP ਵਿਜੀਲੈਂਸ ਨੇ, ਉਹ ਘੱਟ ਤੋਂ ਘੱਟ 2 ਵਾਰ ਉਹਨਾਂ ਨੂੰ ਉਹਨਾਂ ਦੇ ਨਾਲ 4-5 ਘੰਟੇ ਉਹਨਾਂ ਨੇ ਪੁੱਛਗਿੱਛ ਕੀਤੀ ਸੀ। ਹੁਣ ਫਾਈਨਲ ਡਿਸੀਜਨ ਲੈ ਲਿਆ ਗਿਆ। ਸਾਰੀ ਪੁੱਛਗਿੱਛ ਤੋਂ ਬਾਅਦ ਇੰਦਰਬੀਰ ਸਿੰਘ ਉਹਨਾਂ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਬਤੌਰ ਐਕਿਊਜ਼ਡ। ਅੱਗੇ ਚੱਲ ਕੇ ਕੀ ਐਕਸ਼ਨ ਹੁੰਦਾ ਕੀ ਨਹੀਂ ਹੁੰਦਾ, ਪਰ ਇਸ ਮੁੱਦੇ ਦੇ ਉੱਤੇ ਹੁਣ SSP ਵਿਜੀਲੈਂਸ ਦੀ ਇਹ ਕਾਰਵਾਈ, ਔਰ ਇਹਨਾਂ ਨੇ ਇਸ ਤੋਂ ਇਲਾਵਾ ਕੁਝ ਦੱਸਣ ਤੋਂ ਫਿਲਹਾਲ ਤੇ ਇਨਕਾਰ ਕੀਤਾ ਜਿਹੜੇ SSP ਸਾਹਿਬ ਨੇ, ਪਰ ਇਹ ਗੱਲ ਜ਼ਰੂਰ ਮੰਨੀ ਕਿ ਬਤੌਰ ਐਕਿਊਜ਼ਡ ਹੁਣ ਐਕਸ DIG ਫਿਰੋਜ਼ਪੁਰ ਇੰਦਰਬੀਰ ਸਿੰਘ ਉਹਨਾਂ ਇਸ ਕੇਸ ਦੇ ਵਿੱਚ ਨਾਮਜ਼ਦ ਕਰ ਲਿੱਤੇ ਗਏ। ਇੰਦਰਪ੍ਰੀਤ ਜੀ, ਇੱਕ ਸਿਰਫ ਹਲਕੀ ਜਿਹੀ ਟਿੱਪਣੀ ਮੈਂ ਤੁਹਾਡੀ ਉਹ ਗੋਆ ਵਾਲੀ ਲੀਜ਼ ਦੇ ਉੱਤੇ, ਕਿਉਂਕਿ ਤੁਸੀਂ ਉਹ ਸੱਤਾ ਦੇ ਗਲਿਆਰਿਆਂ 'ਚ ਗੇੜਾ ਮਾਰਦੇ ਰਹਿੰਦੇ ਹੋ, ਤੇ ਤੁਹਾਨੂੰ ਜੇ ਥੋੜੀ ਜਿਹੀ ਹੋਰ ਹੋਵੇ ਭਾਸਕਰ ਸਾਹਿਬ ਤੋਂ ਗੱਲ ਅੱਗੇ ਵਧਾਉਣੀ ਚਾਹੋ ਤੇ ਵਧਾ ਦਿਓ। ਪਰ ਆਖਰੀ ਖਬਰ ਜਿਹੜੀ ਅਸੀਂ ਲੈਣੀ ਆ, ਜਿਹੜੀ ਤੁਹਾਡਾ ਮਨ ਭਾਉਂਦਾ ਵਿਸ਼ਾ ਖੇਤੀ, ਉਹ ਜਿਹਦੇ ਵਿੱਚ ਮੈਂ ਇੱਕ ਕੋਈ ਖੋਜ ਪੜ੍ਹ ਰਿਹਾ ਸੀਗਾ ਕਿ 16% ਸਾਡੀ ਜਿਹੜੀ ਪ੍ਰੋਡਕਸ਼ਨ ਹੈ ਉਹ ਘਟੀ ਹੈ, ਕਿਉਂਕਿ ਸਾਡੀ ਜਿਹੜੀ ਖਾਦਾਂ ਦੀ ਹੈ, ਕੈਮੀਕਲ ਫਰਟੀਲਾਈਜ਼ਰਸ ਦੀ ਹੈ, ਉਹ ਵੱਧ ਗਈ ਹੈ ਮਿਕਦਾਰ, ਅਸੀਂ ਉਹਦੀ ਵਰਤੋਂ ਜ਼ਿਆਦਾ ਕੀਤੀ ਹੈ, ਤੇ ਉਹਦੇ ਨਾਲ ਸਾਡੀ ਜਿਹੜੀ ਜੀਲਡ ਹੈ ਉਹ ਵਧਣ ਦੀ ਬਜਾਏ ਘਟ ਗਈ। ਕਦੀ ਤਾਂ ਆਪਾਂ ਇੰਝ ਵੀ ਸੋਚਦੇ ਆ ਕਿ ਹਰ ਚੀਜ਼ ਦਾ ਇੱਕ ਸੈਚੂਰੇਸ਼ਨ ਪੁਆਇੰਟ ਹੁੰਦਾ, ਤੁਸੀਂ ਕਿੰਨੀ ਕੁ ਦੇਰ ਰੋੜੀਆਂ ਪਾ ਕੇ, ਖਾਦਾਂ ਪਾ ਕੇ, ਦਵਾਈਆਂ ਪਾ ਕੇ ਕਿੰਨੀ ਕੁ ਵਧਾਉਂਦੇ ਰਹੋਗੇ। ਸੋ ਇੱਕ ਸੈਚੂਰੇਸ਼ਨ ਆਉਣਾ ਹੀ ਹੁੰਦਾ ਕਿ ਕਿਸੇ ਫਸਲ ਨੇ ਵੱਧ ਤੋਂ ਵੱਧ ਕਿੰਨੇ ਝਾੜ ਤੇ ਰੁਕਣਾ। ਬੀਜ ਜਿਹੜੇ ਬਾਰ-ਬਾਰ ਜਿਹੜੇ ਦੁਬਾਰਾ ਉਹੀ ਬੀਜੇ ਜਾ ਰਹੇ, ਨਵੀਆਂ ਖੋਜਾਂ ਦੇ ਨਜ਼ਰੀਏ ਤੋਂ ਕੱਲ ਰੁਕੀ ਜੀ ਰਹਿੰਦੀ ਹੈ।
ਸੋ ਜੇ ਤਾਂ ਕੋਈ ਨਵੇਂ ਬੀਜ ਆ ਜਾਣ, ਕੋਈ ਹਾਈਬ੍ਰਿਡ ਚੀਜ਼ਾਂ ਹੋ ਜਾਣ ਤੇ ਮੰਨਿਆ ਜਾਂਦਾ ਕਿ ਚਲੋ 2 ਕੁਇੰਟਲ ਵੱਧ ਗਿਆ 4, ਪਰ ਹੁਣ ਇਹ ਸੈਚੂਰੇਸ਼ਨ ਹੈ ਜਾਂ ਸੱਚਮੁੱਚ ਇਹ ਫਰਟੀਲਾਈਜ਼ਰ ਨੇ ਸਾਡੀ ਜ਼ਮੀਨ ਦੇ ਉੱਤੇ ਨਾ ਘਾਤਕ ਅਸਰ ਕੀਤਾ ਹੈ ਕਿ ਸਾਡੀ ਜਿਹੜੀ ਪ੍ਰੋਡਕਸ਼ਨ ਹੈ ਉਹ ਘਟਣੀ ਸ਼ੁਰੂ ਹੋ ਗਈ ਆ। ਔਰ ਇੱਕ ਤੁਸੀਂ ਰਵੀ ਭਗਤ ਦਾ ਜ਼ਿਕਰ ਕਰ ਰਹੇ ਸੀ, ਜਿਹੜੇ ਅੱਜ ਕੱਲ ਮੁੱਖ ਮੰਤਰੀ ਦਫ਼ਤਰ 'ਚ ਬੈਠਦੇ ਆ, ਤੇ ਸੁਣਿਆ ਉਹਨਾਂ PhD ਕਰ ਲਈ। ਇਹੋ ਜਿਹੇ ਅਧਿਕਾਰੀਆਂ ਕੋਲ ਸਮਾਂ ਕਿੱਥੇ ਹੁੰਦਾ? ਇਹ ਵੈਸੇ ਕਾਫੀ ਉਹੀ ਨੇ ਨਾ ਜਿਹੜੇ ਬੜੀਆਂ ਐਪਸ ਵਗੈਰਾ ਤਿਆਰ ਕਰਦੇ ਆ, ਕਦੇ ਚੋਣ ਕਮਿਸ਼ਨ ਦੀ, ਕਦੇ ਬੜੇ ਕੰਮ ਵਾਲੇ ਬੰਦੇ ਆ। ਸਰਕਾਰ 'ਚ ਕੀ ਕਰ ਰਿਹਾ? ਇੰਨੇ ਕੰਮ ਵਾਲੇ ਬੰਦੇ ਨੂੰ ਤੇ ਸਰਕਾਰ ਬਰਦਾਸ਼ਤ ਹੀ ਨਹੀਂ ਕਰਦੀ ਹੁੰਦੀ। ਤੇ ਹੁਣ ਤੱਕ ਤਾਂ ਕਿਸੇ ਪ੍ਰਾਈਵੇਟ ਕੰਪਨੀ ਨੇ ਲੈ ਜਾਣੇ ਸੀ, ਤੇ ਮੈਨੂੰ ਲੱਗਦਾ PhD ਜਿਸ ਹਿਸਾਬ ਨਾਲ ਕਰ ਰਿਹਾ, ਇਹਨਾਂ ਨੂੰ ਪਤਾ ਲੱਗੇ ਵੀ ਕੋਈ ਇੰਟਰਨੈਸ਼ਨਲ ਕੰਪਨੀ ਚੱਕ ਕੇ ਸਾਡਾ IAS ਅਧਿਕਾਰੀ ਲੈ ਗਈ। ਕੀ ਕਹਿੰਦੇ ਹੋ? ਰੰਧਾਵਾ ਸਾਹਿਬ, ਜਿਹੜੀ ਤਾਂ ਗੋਆ ਦੇ ਵਿੱਚ ਲੀਜ਼ ਨੂੰ ਕੈਂਸਲ ਕਰਨ ਦਾ ਵਿਸ਼ਾ ਹੈਗਾ, ਭਾਸਕਰ ਸਾਹਿਬ ਨੇ ਬਹੁਤ ਡਿਟੇਲ 'ਚ ਵੈਸੇ ਦੱਸ ਹੀ ਦਿੱਤਾ ਕਿ ਸਾਡੀਆਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ, ਮਨਸੂਰੀ, ਦੇਹਰਾਦੂਨ, ਜੈਪੁਰ ਵਗੈਰਾ, ਇਹਨਾਂ ਸਾਰੀਆਂ ਥਾਵਾਂ ਜਿਹੜੇ ਟੂਰਿਸਟ ਐਂਗਲ ਨਾਲ ਇੰਪੋਰਟੈਂਟ ਸੀਗੀਆਂ, ਇਹ ਪੰਜਾਬ ਟੂਰਿਜ਼ਮ ਕਾਰਪੋਰੇਸ਼ਨ ਜਿਹੜੀ ਸੀਗੀ ਉਹਨੇ ਇਹ ਜ਼ਮੀਨਾਂ ਖਰੀਦੀਆਂ ਸੀਗੀਆਂ। ਬਹੁਤ ਸਾਲ ਹੋ ਗਏ, ਹੁਣ ਤਾਂ ਕਾਰਪੋਰੇਸ਼ਨ ਬੰਦ ਹੋਏ ਨੂੰ ਵੀ 20 ਸਾਲ ਤੋਂ ਉੱਤੇ ਟਾਈਮ ਹੋ ਗਿਆ। ਅਸਲ ਦੇ ਵਿੱਚ ਇਹ 1 ਲੱਖ ਰੁਪਏ ਦੇ ਉੱਤੇ ਦਿੱਤੀ ਗਈ ਇੱਕ ਸ਼ੰਕਾ ਵੀ ਵਿਅਕਤ ਕਰਦੀ ਹੈ ਕਿ ਕੋਈ ਇੰਨਾ ਮਤਲਬ ਭੋਲਾ ਜਾਂ ਇੰਨਾ ਕਰਪਟ ਹੋ ਸਕਦਾ ਹੈ ਵੀ 1 ਲੱਖ ਰੁਪਏ ਦੇ ਉੱਤੇ 100 ਕਰੋੜ ਦੀ ਜ਼ਮੀਨ ਨੂੰ ਦਿੱਤਾ ਜਾਵੇ ਪਰ ਮੰਥ ਦੇ ਉੱਤੇ, ਜਿਹਦੇ ਤੋਂ ਸਿੱਧਾ ਹੀ ਸ਼ੱਕ ਜਾਏਗਾ ਜਾਂ ਤਾਂ ਇਹਦੇ ਵਿੱਚ ਕੁਝ ਹੋਰ ਵੱਡੀ ਝੋਲ ਹੈ ਜੋ ਹਜੇ ਤੱਕ ਬਾਹਰ ਨਹੀਂ ਆਈ ਕਿ ਕੀ ਇਹ ਜ਼ਮੀਨ ਨੂੰ ਉੱਥੇ ਮਤਲਬ ਇਸ ਤਰ੍ਹਾਂ ਦੀ ਥਾਂ ਤੇ ਜ਼ਮੀਨ ਹੈ ਜਿੱਥੇ ਕੰਸਟਰਕਸ਼ਨ ਨਹੀਂ ਹੋ ਸਕਦੀ, ਜਾਂ ਹੋਰ ਸਰਕਾਰਾਂ ਦੀਆਂ ਹੋਰ ਬਥੇਰੀਆਂ ਚੀਜ਼ਾਂ ਹੁੰਦੀਆਂ ਨੇ ਜਿੱਥੇ ਬੈਨ ਲੱਗੇ ਹੁੰਦੇ ਨੇ, ਕਿ ਇਸ ਕਰਕੇ ਹੈ ਜਾਂ ਕੋਈ ਕਾਰਨ ਹੋਰ ਨੇ ਵੀ ਇਹ 1 ਲੱਖ ਰੁਪਏ ਦੇ ਉੱਤੇ ਹੀ ਦਿੱਤੀ ਗਈ ਹੈ। ਸੋ ਮੈਨੂੰ ਜਿਹੜਾ ਤੁਹਾਡਾ ਪਹਿਲਾ ਸ਼ੰਕਾ ਉਹ ਬੜਾ ਦਰੁਸਤ ਹੈ। ਇਹ ਪਤਾ ਲੱਗਿਆ ਸੀ ਕਿ ਕੰਸਟਰਕਸ਼ਨ ਉਸ ਏਰੀਆ 'ਚ ਨਹੀਂ ਹੋ ਸਕਦੀ, ਇਹਨੂੰ ਸਿਰਫ ਤੁਸੀਂ ਦੂਜੇ ਕੰਮਾਂ ਲਈ ਵਰਤ ਸਕਦੇ ਹੋ। ਜਿਹੜਾ ਕੋਈ ਲਾਗੇ ਰਿਜ਼ੋਰਟ ਹੋਵੇ ਜਾਂ ਕੋਈ ਲਾਗੇ ਐਸੀ ਜਗ੍ਹਾ ਹੋਵੇ ਜਿਹਦੇ ਵਿੱਚ ਕੋਈ ਚੀਜ਼ ਬਣਾ ਕੇ ਇਹਨੂੰ ਨਾਲ ਵਰਤਿਆ ਜਾ ਸਕੇ ਖੁੱਲੇ ਏਰੀਆ ਲਈ, ਮੇਰੇ ਖਿਆਲ ਇਸ ਤਰ੍ਹਾਂ ਦਾ ਕੋਈ ਪੰਗਾ ਹੈਗਾ। ਹਾਂ, ਮੈਨੂੰ ਵੀ ਇਹੀ ਲੱਗਦਾ ਕਿ ਕੋਈ ਨਾ ਕੋਈ ਏਦਾਂ ਦਾ ਚੋਲ ਹੈਗਾ। ਅਦਰਵਾਈਜ਼ ਤੁਸੀਂ ਦੇਖੋ, ਸੀ ਫੇਸ ਅਗਰ 8 ਏਕੜ ਜ਼ਮੀਨ ਗੋਆ, ਸਾਊਥ ਗੋਆ ਦੇ ਵਿੱਚ ਹੈਗੀ ਹੈ, ਸਭ ਤੋਂ ਸੋਹਣਾ ਏਰੀਆ ਦੇ ਵਿੱਚ ਸਾਡੀ 8 ਏਕੜ ਜ਼ਮੀਨ ਹੋਵੇ ਤੇ ਸਾਨੂੰ ਸਿਰਫ 1 ਲੱਖ ਰੁਪਈਆ ਆ ਰਿਹਾ ਹੋਵੇ, ਇਹ ਮੈਂ ਮੰਨ ਨਹੀਂ ਸਕਦਾ ਕਿ ਕੋਈ ਵੀ ਬੰਦਾ ਇੰਨੀ ਉਹਦੇ ਨਾਲ ਉਹ ਕਰਤਾ ਉਹਨਾਂ ਨੇ ਸਾਈਨ, CM ਨੇ ਜਾਂ ਜਿਹੜੇ ਚੰਨੀ ਹੈਗੇ ਨੇ ਉਹਨਾਂ ਨੂੰ ਇਹ ਦੱਸਿਆ ਹੀ ਨਹੀਂ ਗਿਆ। ਤੇ ਇਹ ਮੈਂ ਇਸ ਤੋਂ ਮੈਨੂੰ ਥੋੜਾ ਜਿਹਾ ਸ਼ੰਕਾ ਹੈ ਇਹਦੇ 'ਚ। ਹੋ ਸਕਦਾ ਵੀ ਕੋਈ ਝੋਲ ਹੈ, ਉਹ ਵਿਜੀਲੈਂਸ ਜੋ ਵੀ ਜਾਂਚ ਕਰੇਗੀ ਜਾਂ ਹੋਰ ਅਧਿਕਾਰੀਆਂ ਦੀ ਜੋ ਵੀ ਰਿਪੋਰਟ ਆਏਗੀ ਉਸ ਤੋਂ ਪਤਾ ਚੱਲ ਜਾਏਗਾ ਕਿ ਇਹਦੇ 'ਚ ਕੀ ਹੈ। ਪਰ ਜੇਕਰ ਇਹ ਹੋਇਆ ਔਰ ਇਹ ਨਹੀਂ ਹੋ ਸਕਦਾ ਤੇ ਇਹਨੂੰ ਵੱਡੇ ਕਾਫੀ ਲੱਖਾਂ ਰੁਪਏ 'ਚ ਦਿੱਤਾ ਜਾ ਸਕਦਾ ਹੈ, ਤਾਂ ਭਗਵੰਤ ਮਾਨ ਹੋਣਾ ਨੇ ਮੈਨੂੰ ਲੱਗਦਾ ਕਿ ਸਭ ਤੋਂ ਠੀਕ ਫੈਸਲਾ ਇਹ ਲਿਆ ਹੈ ਕਿ ਇਹ ਲੀਜ਼ ਤੁਰੰਤ ਕੈਂਸਲ ਕੀਤੀ ਜਾਏ ਔਰ ਇਹਨੂੰ ਚੰਗੀ ਪੂਰਾ ਪਾਰਦਰਸ਼ੀ ਤਰੀਕੇ ਨਾਲ ਦਿੱਤਾ ਜਾਏ ਤੇ ਤਾਂ ਕਿ ਇਹਨੂੰ 4 ਪੈਸੇ ਕਾਰਪੋਰੇਸ਼ਨ ਨੂੰ ਜਾਂ ਡਿਪਾਰਟਮੈਂਟ ਨੂੰ ਆ ਸਕਣ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈਗੀ ਹੈ ਵੀਟ ਦੀ ਪ੍ਰੋਡਕਸ਼ਨ ਘਟਣ ਦੀ, ਦੇਖੋ ਪੰਜਾਬ ਦੇ ਵਿੱਚ ਪੂਰੇ ਕੰਟਰੀ ਦਾ 12% ਜਿਹੜਾ ਖਾਦ ਇਹ ਕੀ ਕਹਿੰਦੇ ਉਹਨਾਂ ਨੂੰ ਪੰਜਾਬ ਖਾਦਾਂ ਜਿਹੜੀਆਂ ਹੈਗੀਆਂ ਨੇ ਇਹ ਵਰਤੀਆਂ ਜਾ ਰਹੀਆਂ 12%, ਜਦਕਿ ਸਾਡਾ ਪੂਰੇ ਕੰਟਰੀ ਦਾ ਜਿਹੜਾ ਏਰੀਆ ਹੈਗਾ, ਭੂ-ਭਾਗ ਹੈਗਾ, ਉਹ ਸਿਰਫ 2% ਹੈ, ਲੇਕਿਨ ਅਸੀਂ 12% ਖਾਦਾਂ ਯੂਜ਼ ਕਰਦੇ ਹਾਂ। ਇਹ ਬਹੁਤ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਬਹੁਤ ਜ਼ਿਆਦਾ ਹੈ। ਇਸ ਕਰਕੇ ਕੋਈ ਨਾ ਕੋਈ ਇਹਦੇ 2 ਨੁਕਸਾਨ ਹੋ ਰਿਹਾ, ਸਾਨੂੰ 2 ਨੁਕਸਾਨ ਹੋ ਰਿਹਾ। ਇੱਕ ਤਾਂ ਇਹ ਕਿ ਜਿਹੜੀਆਂ ਕੈਮੀਕਲ ਫਰਟੀਲਾਈਜ਼ਰਸ ਨੇ ਇਹ ਇੰਨੀਆਂ ਜ਼ਿਆਦਾ ਗਰਮ ਹੁੰਦੀਆਂ ਨੇ ਕਿ ਜਦੋਂ ਤੁਸੀਂ ਇਹ ਪਾ ਦਿੰਦੇ ਹੋ ਤਾਂ ਪਾਣੀ ਦੀ ਜਿਹੜੀ ਜਿਹਨੂੰ ਕਹਿੰਦੇ ਡਿਮਾਂਡ ਇੱਕਦਮ ਬਹੁਤ ਵੱਧ ਜਾਂਦੀ ਹੈ। ਇਸ ਕਰਕੇ ਇੱਕ ਤਾਂ ਸਾਡੀ ਪਾਣੀ ਦੀ ਖਪਤ ਬਹੁਤ ਵੱਧ ਗਈ ਹੈ, ਇੰਨਾ ਕਰਕੇ ਇਹ ਸਾਨੂੰ ਨੁਕਸਾਨ ਹੋ ਰਿਹਾ। ਦੂਸਰਾ ਇਹਦਾ ਹੀ ਅਸਰ ਜਿਹੜਾ ਸਾਡੇ ਕਣਕ ਦੇ ਵਿੱਚ ਆ ਰਿਹਾ ਜਾਂ ਹੋਰ ਜਿਹੜੀ ਵੀ ਚੀਜ਼ ਪੈਦਾ ਹੋ ਰਹੀ ਹੈ ਉਹਦੇ ਵਿੱਚ ਆ ਰਿਹਾ ਹੈ, ਉਹਦੇ ਕਰਕੇ ਅਸੀਂ ਇਹਨੂੰ ਬਿਲਕੁਲ ਵੀ ਐਕਸਪੋਰਟ ਨਹੀਂ ਕਰ ਪਾ ਰਹੇ। ਸਾਡਾ ਤੁਰੰਤ ਇਹ ਆਰਡਰਸ ਫੇਲ ਹੋ ਜਾਂਦੇ ਆ। ਜਦੋਂ ਵੀ ਅਸੀਂ ਕੋਸ਼ਿਸ਼ ਕੀਤੀ ਹੈ, ਚਾਹੇ ਪੰਜਾਬ ਐਗਰੋ ਨੇ ਕੀਤੀ ਹੋਵੇ, ਚਾਹੇ ਮਾਰਕਫੈਡ ਨੇ ਕੀਤੀ ਹੋਵੇ, ਸਾਰੀਆਂ ਕੋਸ਼ਿਸ਼ਾਂ ਸਾਡੀਆਂ ਫੇਲ ਹੋ ਜਾਂਦੀਆਂ ਨੇ। ਅਸੀਂ ਹੁਣ ਇਸ ਥਾਂ ਤੇ ਪਹੁੰਚ ਗਏ ਹਾਂ ਕਿ ਸਾਨੂੰ ਹੁਣ ਇਹਦਾ ਕੋਈ ਬਦਲ ਲੱਭਣਾ ਹੀ ਪੈਣਾ, ਚਾਹੇ ਉਹ ਜੈਵਿਕ ਖਾਦਾਂ ਦੇ ਰੂਪ ਚ ਲੱਭੀਏ। ਨੋ ਡਾਊਟ ਕਿ ਜੈਵਿਕ ਖਾਦਾਂ ਦੇ ਬਦਲ ਦੇ ਉੱਤੇ ਜਾਣਾ ਹੈ ਤਾਂ ਸਾਡੀ ਕਣਕ ਦੀ ਜਿਹੜੀ ਝਾੜ ਹੈਗਾ ਉਹ ਇੱਕਦਮ
ਅੱਧਾ ਹੀ ਰਹਿ ਜਾਏਗਾ। ਉੱਥੇ ਸਾਨੂੰ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਣਾ ਹੈ ਕਿ ਕੇਂਦਰ ਸਰਕਾਰ ਜਾਂ ਸਟੇਟ ਗਵਰਨਮੈਂਟ ਇਸ ਸਥਿਤੀ 'ਚ ਹੈ ਕਿ ਉਹ ਕਿਸਾਨਾਂ ਦੀ ਬਾਂਹ ਫੜ ਸਕਣ ਤੇ ਉਹਨਾਂ ਨੂੰ ਕਹਿਣ ਵੀ ਠੀਕ ਆ 3 ਸਾਲ ਤੱਕ ਤੁਸੀਂ ਜਿਹੜਾ ਹੈਗਾ ਇਹ ਕੈਮੀਕਲ ਜਿਹੜਾ ਧਰਤੀ ਦੇ ਵਿੱਚ ਹੈਗਾ ਉਹਨੂੰ ਕੱਢੋ, ਉਸ ਤੋਂ ਬਾਅਦ ਆਪਾਂ ਨਵੇਂ ਉਦੋਂ ਤੱਕ ਅਸੀਂ ਤੁਹਾਨੂੰ ਸਪੋਰਟ ਕਰਾਂਗੇ। ਤੇ ਇਹ ਇੱਕ ਤਾਂ ਵੱਡੀ ਜ਼ਰੂਰਤ ਹੈਗੀ ਹੈ। ਦੂਸਰੀ ਗੱਲ, ਤੁਸੀਂ ਰਵੀ ਭਗਤ ਹੋਣਾ ਦੀ PhD ਦੀ ਕੀਤੀ ਹੈ, ਉਹਨਾਂ ਦੀ PhD ਹੁਣੀ ਖਤਮ ਕੰਪਲੀਟ ਹੋਈ ਹੈ, ਜਿਹੜੀ ਉਹਨਾਂ ਨੇ ਜੀਓ ਪੋਲਿਟਿਕਸ ਆਫ MSP ਤੇ ਕੀਤੀ ਹੈ। ਦੇਖੋ 3 ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਲਿਆਤੇ ਸੀਗੇ, ਉਹਨੂੰ ਲੈ ਕੇ ਪੂਰੇ ਕੰਟਰੀ ਦੇ ਵਿੱਚ ਅੰਦੋਲਨ ਛਿੜਿਆ, ਪਰ ਉਹਦੇ ਵਿੱਚ ਸਭ ਤੋਂ ਵੱਡੀ ਜੇ ਕੋਈ ਕੰਟਰੀਬਿਊਸ਼ਨ ਸੀ ਉਹ ਸੀਗੀ ਸਾਡੀ ਪੰਜਾਬ ਦੀ, ਹਰਿਆਣਾ ਦੀ ਤੇ ਵੈਸਟਰਨ ਯੂਪੀ ਦੀ। ਬਾਕੀ ਕੰਟਰੀਆਂ ਦਾ ਬਹੁਤ ਥੋੜਾ ਸਿੰਬੋਲਿਕ ਸੀਗਾ, ਕਿਉਂਕਿ ਉਹ ਦੂਰ ਵੀ ਬਹੁਤ, ਦਿੱਲੀ ਤੋਂ ਦੂਰ ਵੀ ਬਹੁਤ ਨੇ, ਇਸ ਕਰਕੇ ਉਹਨਾਂ ਦਾ ਸਿੰਬੋਲਿਕ ਸੀ। ਹੁਣ ਇਹਦੇ 'ਚ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਅੱਜ ਵੀ ਜਿੱਥੇ ਵੀ ਕਿਸਾਨ ਅੰਦੋਲਨ ਕਰ ਰਹੇ ਨੇ, ਚਾਹੇ ਪਿੱਛੇ ਜੇ ਸੂਰਜਮੁਖੀ ਦੇ ਨੂੰ ਲੈ ਕੇ ਆਪਣੇ ਹਰਿਆਣਾ ਦੇ ਵਿੱਚ ਹੋਇਆ, ਹੁਣੇ 2 ਦਿਨ ਪਹਿਲਾਂ ਹੀ ਜਿਹੜੀ ਤੁਸੀਂ ਆਪਾਂ ਪ੍ਰੋਗਰਾਮ 'ਚ ਕਹਿ ਰਹੇ ਸੀਗੇ ਕਿ 32 ਕਿਸਾਨ ਸੰਗਠਨਾਂ ਨੇ ਜਿਹੜੀ ਮੀਟਿੰਗ ਕੀਤੀ ਹੈ ਗੁਰਮੀਤ ਸਿੰਘ ਖੁੱਡੀਆਂ ਨਾਲ, ਉਹਨਾਂ ਨੇ ਵੀ ਇਸੇ ਤੇ ਹੀ ਕੀਤਾ ਕਿ ਸਾਨੂੰ ਕਿਵੇਂ ਤੁਸੀਂ ਸਾਰੀਆਂ ਫਸਲਾਂ ਦੇ ਉੱਤੇ MSP ਦੋਗੇ। ਹੁਣ ਇਹਦੇ ਵਿੱਚ ਬਹੁਤ ਸਾਰੇ ਦਿੱਕਤਾਂ ਹੈਗੀਆਂ ਨੇ MSP ਦੇਣ ਦੇ ਉੱਤੇ, ਕਿਉਂਕਿ ਬਹੁਤ ਵੱਡੀ ਅਮਾਉਂਟ ਤਾਂ ਇੱਕ ਤਾਂ ਚਾਹੀਦੀ ਹੋਈ ਹੈ। ਉਹਦੇ ਵਿੱਚ ਇੱਕ ਸੁਝਾਅ ਜਿਹੜਾ ਸਿਫਾਰਿਸ਼ ਕੀਤੀ ਹੈ ਰਵੀ ਭਗਤ ਉਹਨਾਂ ਨੇ, ਉਹ ਬੜੀ ਇੰਪੋਰਟੈਂਟ ਹੈ ਕਿ ਸਾਰੀਆਂ ਸਟੇਟਾਂ ਜਿਹੜੀਆਂ ਨੇ ਉਹ ਇੱਕ ਕਾਰਪਸ ਫੰਡ ਬਣਾਉਣ 300-400 ਕਰੋੜ ਰੁਪਏ ਦਾ, ਤਾਂ ਉਹ ਜਿਹੜਾ ਗੈਪ ਹੈ MSP ਤੇ ਬਾਜ਼ਾਰੀ ਕੀਮਤ ਦਾ ਜਿਹੜਾ ਗੈਪ ਹੈ, ਉਹ ਅਸੀਂ ਅਲਟਰਨੇਟਿਵ ਕ੍ਰੌਪਸ ਜਿੰਨੀਆਂ ਵੀ ਹੋਣਗੀਆਂ ਉਹਦਾ ਗੈਪ ਅਸੀਂ ਫਾਰਮਰ ਨੂੰ ਦੇ ਦਈਏ, ਤਾਂ ਕਿ ਫਾਰਮਰ ਨੂੰ MSP ਮਿਲ ਜੇ ਪ੍ਰੋਪਰ, ਤੇ ਜਿਹੜਾ ਗੈਪ ਹੈ ਉਹ ਮਤਲਬ ਸਰਕਾਰ ਪੇ ਕਰਦੇ ਤੇ ਜਿਹੜੀ ਉਹਦੀ ਕੀਮਤ ਹੈ ਉਹ ਕੋਈ ਵੀ ਵਪਾਰੀ ਜਿਹੜਾ ਹੈਗਾ ਉਹ ਪੇ ਕਰਦੇ। ਤਾਂ ਉਹਨਾਂ ਨੇ ਇਸ ਤਰ੍ਹਾਂ ਦੇ 2-3 ਅਲਟਰਨੇਟਿਵ ਸੁਝਾਏ ਨੇ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਅਜੇ ਅਸੀਂ ਜਿੰਨਾ ਵੀ ਇਨਫਰਾਸਟ੍ਰਕਚਰ ਬਣਾਇਆ ਹੈ ਉਹ ਸਾਰੇ ਦਾ ਸਾਰਾ ਜਿਹੜਾ ਹੈਗਾ ਵੀਟ ਔਰ ਪੈਡੀ ਨੂੰ ਦੇਖ ਕੇ ਬਣਾਇਆ ਹੈ। ਸਾਡੇ ਕੋਲ ਜਿੰਨੀ ਸਟੋਰੇਜ ਹੈ ਉਹ ਵੀਟ ਤੇ ਪੈਡੀ ਦੀ ਹੈ। ਜੇ ਦਾਲਾਂ ਨੂੰ ਰੱਖਣਾ ਪੈ ਗਿਆ ਤਾਂ ਸਾਨੂੰ ਅਜੇ ਅਲੱਗ ਕਿਸਮ ਦੀ ਸਟੋਰੇਜ ਚਾਹੀਦੀ ਹੈ। ਜੇ ਟਮਾਟਰ ਰੱਖਣੇ ਪੈ ਗਏ ਤਾਂ ਸਾਨੂੰ ਅਲੱਗ ਕਿਸਮ ਦੀ ਸਟੋਰੇਜ ਚਾਹੀਦੀ ਹੈ। ਪਿਆਜ਼ ਲਈ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਚਾਹੀਦੀ ਹੈ। ਸੋ ਬਹੁਤ ਸਾਰੇ ਸਟੋਰੇਜ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਹੈ, ਸਾਨੂੰ ਉਹਦੇ ਵੱਲ ਵੀ ਜਾਣਾ ਪਊਗਾ ਤੇ ਉੱਥੇ ਬਹੁਤ ਵੱਡੇ ਨਿਵੇਸ਼ ਦੀ ਲੋੜ ਹੈ ਕਿ ਗਵਰਨਮੈਂਟ ਆਫ ਇੰਡੀਆ ਸਾਨੂੰ ਇੰਨੀ ਮਦਦ ਕਰੇਗੀ ਕਿ ਨਹੀਂ ਕਰੇਗੀ ਤਾਂ ਕਿਸ ਰੂਪ 'ਚ ਕਰੇਗੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਧਿਆਨ ਰੱਖਣ ਯੋਗ ਹੈ। ਤੀਸਰੀ ਉਹਨਾਂ ਨੇ ਜਿਹੜੀ ਵੱਡੀ ਗੱਲ ਕੀਤੀ ਸੀ ਕਿ ਅਸੀਂ 3 ਕਾਰਪੋਰੇਸ਼ਨਾਂ ਪਹਿਲਾਂ ਬਣਾਈਆਂ ਸੀ, ਉਹਨਾਂ 'ਚ ਸਭ ਤੋਂ ਵੱਡੀ ਸੀਗੀ 1980 'ਚ ਜਿਹੜੀ ਬਣਾਈ ਸੀ ਮਾਰਕਫੈਡ, ਪੰਜਾਬ ਐਗਰੋ ਤੇ ਤੀਸਰੀ ਪਨਸਪ। ਇਹ ਤਿੰਨੋਂ ਹੀ ਜਿਹੜੀਆਂ ਕਾਰਪੋਰੇਸ਼ਨਾਂ ਸੀ, ਇਹਨਾਂ ਦਾ ਕੰਮ ਸੀਗਾ, ਮਾਰਕਫੈਡ ਦਾ ਕੰਮ ਸੀ ਵੀ ਪ੍ਰੋਸੈਸ ਕਰਕੇ ਫੂਡ ਨੂੰ ਬਾਹਰਲੇ ਕੰਟਰੀਆਂ 'ਚ ਜਾਂ ਹੋਰ ਵਿਦਿਨ ਕੰਟਰੀਜ਼ 'ਚ ਭੇਜਿਆ ਜਾਵੇ। ਪੰਜਾਬ ਐਗਰੋ ਦਾ ਸੀਗਾ ਕਿ ਸਿੱਧਾ ਬਾਹਰ ਭੇਜਿਆ ਜਾਵੇ, ਔਰ ਪਨਸਪ ਦਾ ਸੀਗਾ ਕਿ ਜਿਹੜੀਆਂ ਮਿਲਟਰੀ ਹੈਗੀ ਹੈ ਸਾਡੀ ਐਡੀ ਵੱਡੀ, ਸਾਡਾ ਬਹੁਤ ਵੱਡਾ ਕੰਜ਼ਿਊਮਰ ਹੈ ਮਿਲਟਰੀ ਸਾਡੀ, ਔਰ ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਮਿਲਟਰੀ ਇੱਥੇ ਰਹਿੰਦੀ ਹੈ, ਉਹਨਾਂ ਨੂੰ ਡਾਇਰੈਕਟ ਜਿਹੜੀ ਸਪਲਾਈ ਹੈ ਉਹ ਅੱਗੇ ਪਨਸਪ ਕਰਦਾ ਹੁੰਦਾ ਸੀਗਾ, ਜਿਹੜਾ ਕਾਫੀ ਲੰਬੇ ਸਮੇਂ ਤੋਂ ਬੰਦ ਹੋ ਗਏ, ਕਿਉਂਕਿ ਇਹ ਤਿੰਨੋਂ ਹੀ ਏਜੰਸੀਆਂ ਨੂੰ ਅਸੀਂ ਇਹਨਾਂ ਦੇ ਜਿਹੜੇ ਮੂਲ ਕੰਮ ਨੇ ਇਹਨਾਂ ਨੂੰ ਛੁਡਾ ਕੇ ਅਸੀਂ ਜਿਹੜਾ ਹੈ ਉਹ ਵੀਟ ਔਰ ਪੈਡੀ ਤੇ ਫੋਕਸ ਕਰਤਾ ਹੈ। ਅਗਰ ਉਹ ਮੂਲ ਕੰਮ ਭੁੱਲਣ ਕਰਕੇ ਅਸੀਂ ਜਿਹੜੀਆਂ ਆਪਣੀਆਂ 22 ਫਸਲਾਂ ਡਿਫਰੈਂਟ ਤਰ੍ਹਾਂ ਦੀਆਂ ਪੰਜਾਬ ਦੇ ਵਿੱਚ ਉਗਾਉਂਦੇ ਸੀ, ਉਹ ਸਾਰੀਆਂ ਦੀਆਂ ਸਾਰੀਆਂ ਅਸੀਂ ਉਹਨਾਂ ਦਾ ਸੱਤਿਆਨਾਸ਼ ਮਾਰ ਲਿਆ। ਤੇ ਇਹੀ ਕਾਰਨ ਹੈ ਕਿ ਹੁਣ ਸਾਡੀ ਵੀਟ ਵੀ ਜਿਹੜੀ ਹੈਗੀ ਆ ਉਹ ਇੱਕ ਖੜੌਤ ਦੀ ਅਵਸਥਾ 'ਚ ਆ ਗਈ ਹੈ। ਇਸ ਤੋਂ ਉੱਪਰ ਅਸੀਂ ਜਾ ਨਹੀਂ ਸਕਣਾ, ਔਰ ਇਸ ਤੋਂ ਘੱਟ ਕਿਸਾਨਾਂ ਨੂੰ ਵੀ ਵਾਰਾ ਨਹੀਂ ਖਾਈ, ਤਾਂ ਇਹਦਾ ਕੋਈ ਅਲਟਰਨੇਟਿਵ ਜਾਂ ਬੀ ਪਲਾਨਸ ਸਾਨੂੰ ਹੁਣੀ ਤੋਂ ਸੋਚਣੇ ਪੈਣਗੇ ਅਗਰ ਅਸੀਂ ਕਿਸਾਨੀ ਦਾ ਭਲਾ ਚਾਹੁੰਦੇ ਹਾਂ, ਜਾਂ ਮੈਂ ਦੂਜੇ ਸ਼ਬਦਾਂ 'ਚ ਕਹਾਂ ਅਸੀਂ ਪੰਜਾਬ ਦੀ ਆਰਥਿਕਤਾ ਦੀ ਰੀੜ ਦਾ ਭਲਾ ਚਾਹੁੰਦੇ ਹਾਂ, ਤਾਂ ਸਾਨੂੰ ਹੁਣ ਤੋਂ ਹੀ ਕੋਈ ਨਾ ਕੋਈ ਪਲਾਨ ਸੋਚਣਾ ਹੀ ਪਏਗਾ। ਰਵੀ ਭਗਤ ਜੀ ਨੂੰ ਕਵਾਂਗੇ ਕਿ ਉਹ ਇਸ ਆਪਣੀ ਖੋਜ ਨੂੰ ਛਪਵਾਉਣ, ਅੰਗਰੇਜ਼ੀ ਤਾਂ ਛਪਾਉਣਗੇ ਕਿਉਂਕਿ ਜਿੰਨੇ IAS ਅਧਿਕਾਰੀ ਆ ਉਹਨਾਂ ਦੀ ਮਨ ਭਾਉਂਦੀ ਭਾਸ਼ਾ ਅੰਗਰੇਜ਼ੀ ਹੈ ਤੇ ਉਹ ਗੱਲ ਵੀ ਅੰਗਰੇਜ਼ੀ 'ਚ ਹੀ ਕਰਨਾ ਬਹੁਤਾ ਪਸੰਦ ਕਰਦੇ ਆ, ਤੇ ਪਰ ਕਿਉਂਕਿ ਆਮ ਲੋਕਾਂ ਤੱਕ ਪਹੁੰਚ ਲਈ ਸਾਨੂੰ ਲੋਕਲ ਭਾਸ਼ਾ ਦੇ ਵਿੱਚ ਜਾਣਾ ਹੀ ਪਊਗਾ ਤੇ ਉਹ ਇਹਨੂੰ ਜ਼ਰੂਰ ਛਪਵਾਉਣ। ਦੂਜੀ ਗੱਲ, ਜੇ ਸੰਭਵ ਹੋਵੇ ਉਹਨਾਂ ਨੂੰ ਕਵਾਂਗੇ ਵੀ ਕਿ ਉਹ ਕਿਸੇ ਦਿਨ ਕੈਮਰੇ ਤੇ ਆਉਣ ਤੇ ਆਪਣੀਆਂ ਗੱਲਾਂ ਰੱਖਣ। ਵੈਸੇ ਇਸ ਤਰ੍ਹਾਂ ਦੇ ਰੁੱਖੇ ਵਿਸ਼ਿਆਂ ਦੇ ਉੱਤੇ ਕਿਸੇ ਬਿਊਰੋਕਰੇਟ ਦਾ ਲਿਖਣਾ ਕਾਫੀ ਅਹਿਮ ਹੁੰਦਾ, ਕਿਉਂਕਿ ਉਹਨੇ ਅੰਦਰ ਦੇਖੇ ਹੁੰਦੇ ਨੇ, ਉਹਨੇ ਫੈਸਲੇ ਲਏ ਹੁੰਦੇ ਨੇ, ਉਹਨੇ ਅੰਦਰੋਂ ਸਮਝਿਆ ਹੁੰਦਾ ਚੀਜ਼ਾਂ ਨੂੰ ਵੱਖ-ਵੱਖ ਮੌਕਿਆਂ ਦੇ ਉੱਤੇ,
ਤੋ ਅਸੀਂ ਉਹਨਾਂ ਨੂੰ ਕਵਾਂਗੇ, ਮੈਂ ਸਰਦਾਰ ਹਮੀਰ ਸਿੰਘ ਹੋਰਾਂ ਨੂੰ ਬੇਨਤੀ ਕਰੂੰਗਾ ਵੀ ਉਹਨਾਂ ਨਾਲ ਵਿਸਥਾਰਤ ਗੱਲਬਾਤ ਕਰਨ, ਕਿਉਂਕਿ ਸਰਦਾਰ ਹਮੀਰ ਸਿੰਘ ਪਿੰਡ ਬਚਾਓ ਮੁਹਿੰਮ ਦੇ ਵਿੱਚ ਵੀ ਨੇ ਤੇ ਖੇਤੀ ਨਾਲ ਉਹਨਾਂ ਦਾ ਬੜਾ ਮੋਹ ਆ ਇੰਦਰਪ੍ਰੀਤ ਜੀ ਵਾਂਗ। ਸੋ ਇਹ ਚੰਗਾ ਹੈ। ਬਾਕੀ ਜਿਹੜੇ ਅਫਸਰ ਆ ਜਿੱਥੇ ਜਿੱਥੇ ਉਹਨਾਂ ਦੀਆਂ ਰੁਚੀਆਂ ਨੇ, ਕਿਉਂਕਿ ਜਿਹੜੇ ਇਦਾਂ ਚੁਣ ਕੇ ਆਏ ਹੁੰਦੇ ਆ, ਇਹ ਲੋਕ ਕਾਫੀ ਮਿਹਨਤ ਮਸ਼ੱਕਤ ਕਰਨ ਵਾਲੇ ਵੀ ਹੁੰਦੇ ਆ। ਹਾਲਾਂਕਿ ਸਾਡੇ ਬਹੁਤੇ ਅਫਸਰ ਮਿਹਨਤਾਂ ਛੱਡ ਚੁੱਕੇ ਨੇ ਤੇ ਉਹਨਾਂ ਨੂੰ ਚਾਹੀਦਾ ਕਿ ਉਹ ਆਪਣੇ ਆਪਣੇ ਸ਼ੋਬੇ 'ਚ ਜਿੱਥੇ ਉਹਨਾਂ ਦੀ ਮਹਾਰਤ ਆ ਉਹ ਕੁਝ ਲਿਖਣ ਪੜ੍ਹਨ ਲੋਕਾਂ ਨੂੰ। ਹੁਣ ਕਿਉਂਕਿ ਮੌਕਾ ਆ ਗਿਆ, ਲੋਕਾਂ ਨੂੰ ਕੁਝ ਦੱਸੋ ਵੀ, ਨਹੀਂ ਤੇ ਤੁਹਾਡੇ ਤੇ ਹਰਫ ਬੜੇ ਭੈੜੇ ਆਉਣ ਵਾਲੇ ਜੇ। ਯਾਦ ਰੱਖਿਓ, ਲੋਕ ਬਖਸ਼ਦੇ ਨਹੀਂ ਹੁੰਦੇ। ਕਿਸੇ ਵੀ ਸਮੇਂ ਦੇ ਇਤਿਹਾਸ ਨੇ ਮੁੜ ਮੁੜ ਕੇ ਆਉਣਾ ਹੁੰਦਾ ਸਾਹਮਣੇ। ਇੰਦਰਜੀਤ ਜੀ ਲਾਸਟ ਗੱਲ ਕੋਈ ਕਰ ਰਹੇ ਸੀ, ਕਿਉਂਕਿ ਆਪਾਂ 50ਵੇਂ ਮਿੰਟ 'ਚ ਸ਼ਾਮਲ ਹੋ ਗਏ। ਹਾਂ, ਨਹੀਂ ਤੁਸੀਂ ਪਹਿਲਾਂ ਉਹ ਗੱਲ ਕੀਤੀ ਸੀਗੀ ਕਿ ਰਵੀ ਭਗਤ ਜੀ ਨੂੰ ਇੰਨਾ ਟਾਈਮ ਕਿਵੇਂ ਮਿਲ ਗਿਆ ਕਿ ਉਹ PhD ਕਰ ਰਹੇ ਆ। ਮੈਂ ਉਹਦੇ 'ਚ ਦੱਸਣਾ ਚਾਹੁੰਦਾ ਕਿ ਉਹ ਮੰਡੀ ਬੋਰਡ ਦੇ ਬਹੁਤ ਲੰਬੇ ਸਮੇਂ ਤੱਕ ਸੈਕਟਰੀ ਰਹੇ ਹੈ ਤੇ 3 ਖੇਤੀ ਕਾਨੂੰਨਾਂ ਨੂੰ ਉਹਨਾਂ ਨੇ ਬਹੁਤ ਨਜ਼ਦੀਕ ਤੋਂ ਦੇਖਿਆ ਹੈ। ਉਹਨਾਂ ਦੇ ਵਿੱਚ ਜਿਹੜੀ ਜਿੰਨੀ ਵੀ ਕਾਰਵਾਈਆਂ ਹੋਈਆਂ ਨੇ, ਜਾਂ ਕਿਸਾਨਾਂ ਨਾਲ ਜਾਂ ਦੂਜੇ ਗਵਰਨਮੈਂਟ ਆਫ ਇੰਡੀਆ ਦੇ ਲੋਕਾਂ ਨਾਲ ਜੋ ਵੀ ਗੱਲਾਂ ਬਾਤਾਂ ਹੋਈਆਂ ਨੇ, ਉਹਦੇ ਵਿੱਚ ਉਹ ਸ਼ਾਮਲ ਰਹੇ ਨੇ। ਬਸ ਉਹਨਾਂ ਨੇ ਉਹ ਗੱਲਾਂ ਬਾਤਾਂ ਨੂੰ ਹੀ ਜਿਹੜੀ ਸੀਗੀ ਉਹਨੂੰ ਇੱਕ ਰਿਸਰਚ ਦੇ ਰੂਪ 'ਚ ਲਿਆ ਕੇ ਉਹਦੇ ਕੁਐਸਚਨਰ ਤਿਆਰ ਕਰਕੇ ਆਪਣੀ PhD ਪੂਰੀ ਕੀਤੀ ਹੈ। ਸੁਰੇਸ਼ ਕੁਮਾਰ ਇੱਕ ਐਸਾ ਨਾਂ, ਇਸ ਤੋਂ ਪਹਿਲਾਂ ਜੇ ਮੈਂ ਜ਼ਿਕਰ ਕਰਾਂ, ਸੁਰੇਸ਼ ਕੁਮਾਰ ਆਪਣੇ ਦਿਨ ਦਾ ਬੜਾ ਸਮਾਂ ਇਸ ਤਰ੍ਹਾਂ ਦੇ ਕੰਮਾਂ 'ਚ ਹੁਣ ਵੀ ਲਾ ਰਹੇ ਨੇ। ਪਹਿਲਾਂ ਜਦੋਂ ਉਹ ਇਨ ਸਰਵਿਸ ਸੀ, ਇਹ 3 ਕਾਨੂੰਨ ਜਿਹੜੇ ਪੰਜਾਬ ਨੇ ਬਣਾਏ ਸੀ, ਤੇ ਉਸ ਤੋਂ ਪਹਿਲਾਂ ਵੀ ਜਿਹੜੇ ਬਹੁਤ ਸਾਰੇ ਕਾਨੂੰਨ ਬਣੇ ਨੇ, ਉਹਦੇ ਵਿੱਚ ਸੁਰੇਸ਼ ਕੁਮਾਰ ਦੀਆਂ ਇਨਪੁਟਸ ਬਹੁਤ ਨੇ। ਇਹੋ ਜਿਹੇ ਅਧਿਕਾਰੀ ਬਹੁਤ ਘੱਟ ਨੇ। ਸਾਡੇ ਸਮਿਆਂ ਦੇ ਵਿੱਚ ਐਸੇ ਵਿਅਕਤੀਆਂ ਨੂੰ ਜ਼ਰੂਰ ਐਪਰੀਸ਼ੀਏਟ ਕਰਨਾ ਬਣਦਾ। ਮੈਨੂੰ ਲੱਗਦਾ ਹੈ ਕਿ ਰਵੀ ਭਗਤ ਅਗਲੇ ਦਿਨਾਂ 'ਚ ਬਹੁਤ ਬਿਜੀ ਹੋਣ ਵਾਲੇ ਆ। ਮੁੱਖ ਮੰਤਰੀ ਤੇ ਪ੍ਰਿੰਸੀਪਲ ਸੈਕਟਰੀ ਨੇ ਰਿਟਾਇਰ ਹੋ ਜਾਣਾ ਤੇ ਰਵੀ ਭਗਤ ਨੂੰ ਇਹ ਸਥਾਨ ਮਿਲਣ ਦੀ ਸੰਭਾਵਨਾ ਆ। ਲੌਬਿੰਗ ਬੜੀ ਇਹਨਾਂ ਮਾਮਲਿਆਂ 'ਚ, ਜੁਗਾੜਬੰਦੀਆਂ ਬੜੀਆਂ, ਪਰ ਰਵੀ ਭਗਤ ਵਰਗੇ ਵਧੀਆ ਬੰਦੇ ਜਿਹੜੇ ਕੰਮ ਦੇ ਕਰਿੰਦੇ ਨੇ, ਉਹਨਾਂ ਲੋਕਾਂ ਨੂੰ ਜੇ ਜਗ੍ਹਾ ਮਿਲ ਜਾਂਦੀ ਹੈ, ਦੋਹਰੇ ਕੰਮ ਨੇ, ਫਾਇਦੇ ਵੀ ਹੁੰਦੇ, ਨੁਕਸਾਨ ਵੀ। ਮੁੱਖ ਮੰਤਰੀ ਦਫ਼ਤਰ ਵਧੀਆ ਚੱਲਣ ਲੱਗ ਜੂ, ਇਨਪੁਟਸ ਬੜੀਆਂ ਸੋਹਣੀਆਂ ਮਿਲਣਗੀਆਂ ਉਹਨਾਂ ਨੂੰ, ਪਰ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਨਿੱਜੀ ਕੰਮ ਹੈ, ਕਦੇ ਕਿਧਰੇ ਐਪ ਬਣਾ ਲਓ, ਕਦੇ ਕੁਝ ਕਰ ਲਓ, ਉਧਰ ਧਿਆਨ ਘਟ ਜੂਗਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।